पंजाब की राजनीति च आने वाले दिनों च एक नवी हलचल हो सकती है, वो है कि नवजोत सिद्धू नूं कांग्रेस के अंदर कोई वड्डी जिम्मेवारी देण दीआं संभावनावां बन रही अगले दिनों च। इस वेले कांग्रेस हल्किਆਂ 'ਚ ਇਹ बहुत ज़्यादा चर्चा है कि नवजोत सिंह सिद्धू ਨੂੰ प्रदेश कांग्रेस ਦਾ ਪ੍ਰਧਾਨ ਥਾਪਿਆ ਜਾ ਰਿਹਾ ਹੈ। ਜੋ ਸਾਨੂੰ ਵੀ ਕਾਂਗਰਸ ਸੋਰਸਿਸ ਤੋਂ ਪਤਾ ਲੱਗ ਰਿਹਾ ਹੈ, ਰਾਵਤ ਆਏ ਸੀ, ਹਰੀਸ਼ ਰਾਵਤ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਦੱਸਿਆ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਣਾ ਚਾਹੁੰਦੀ ਹੈ। ਨਵਜੋਤ ਸਿੱਧੂ ਕਿਸੇ ਵੀ ਪਾਰਟੀ ਲਈ ਅਸੈਟ ਸਾਬਤ ਹੋ ਸਕਦਾ ਹੈ ਔਰ ਸਭ ਤੋਂ ਜ਼ਿਆਦਾ ਉਹ ਕਾਂਗਰਸ ਪਾਰਟੀ ਦੇ ਅਸੈਟ ਲਈ ਹੋ ਸਕਦਾ ਹੈ, ਕਿਉਂਕਿ ਅਗਰ ਉਹ ਪਾਰਟੀ ਦੇ ਵਿੱਚ ਆਉਂਦੇ ਹੈ ਰਹਿੰਦੇ ਹੈ ਤਾਂ ਪਾਰਟੀ ਜਿਸ ਢੰਗ ਨਾਲ ਕੰਪੇਨ ਕਰ ਸਕਦੇ ਹੈ ਉਹਨਾਂ ਦਾ ਮੁਕਾਬਲੇ ਦਾ ਜਿਹੜਾ ਸਾਰੇ ਕਾਂਗਰਸ ਪਾਰਟੀ ਦੇ ਅੰਦਰ ਬਾਹਰ ਚਾਰ ਚੁਫੇਰੇ ਤੁਸੀਂ ਨਜ਼ਰ ਦੌੜਾ ਕੇ ਦੇਖ ਲਓ, ਉਹਨਾਂ ਦੇ ਮੁਕਾਬਲੇ ਦੀ ਪਰਸੈਂਟੇਜ ਹੈ ਨਹੀਂ। ਕਾਂਗਰਸ ਦਾ ਜਿਹੜੀ ਸਥਿਤੀ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਬਣੀ ਹੋਈ ਹੈ, ਉਹ ਬਹੁਤ ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਬਣੀ ਹੋਈ ਹੈ। ਜੇ ਕਾਂਗਰਸ ਨੇ ਇੱਕ ਰਾਜ ਨੂੰ ਅਪਣਾਉਣਾ ਤਾਂ ਉਹਨੂੰ ਮੌਜੂਦਾ ਲੀਡਰਸ਼ਿਪ ਵਿੱਚ ਤਬਦੀਲੀ ਕਰਨੀ ਹੀ ਪਵੇਗੀ। ਕਿਤੇ ਲੱਗਦਾ ਜਿੱਦਾਂ ਦੀਵਾਰ ਤੇ ਲਿਖਿਆ ਹੁੰਦਾ ਹੈ, ਕਾਂਗਰਸ ਦੀਆਂ ਇਹ ਮਜਬੂਰੀਆਂ ਜਾਂ ਕੰਪਲਸ਼ਨ ਜਿਹਨੂੰ ਆਪਾਂ ਕਹਿੰਦੇ ਹੋਏਗੀ ਕਿ ਜੇ ਅਗਲੀ ਇਲੈਕਸ਼ਨ ਜਿੱਤਣੀ ਹੈ ਤਾਂ ਕੱਲਾ ਕੈਪਟਨ ਅਮਰਿੰਦਰ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਨਹੀਂ ਜਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਬੇਸ਼ੱਕ ਇਹ ਜ਼ਰੂਰ ਕਿਹਾ ਕਿ ਉਹ ਹਮੇਸ਼ਾ ਹਾਈ ਕਮਾਂਡ ਦੇ ਨਾਲ ਖੜੇ ਰਹੇ ਨੇ, ਜੋ ਕਰਦੇ ਨੇ ਉਹਨਾਂ ਨੇ ਕਦੀ ਉਹਦਾ ਅੱਜ ਤੱਕ ਵਿਰੋਧ ਤੇ ਨਹੀਂ ਕੀਤਾ, ਲੇਕਿਨ ਸ਼ਾਇਦ ਉਹ ਇਸ ਗੱਲ ਤੋਂ ਬਹੁਤ ਖੁਸ਼ ਵੀ ਨਹੀਂ ਹੈਗੇ। ਹਰੀਸ਼ ਰਾਵਤ ਜਿਹੜੇ ਬਾਰ-ਬਾਰ ਕਹਿੰਦੇ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਮਹਾਰਾਜ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ, ਨਵਜੋਤ ਸਿੱਧੂ ਨਾਲ ਵੀ ਗੱਲ ਕਰ ਰਹੇ ਹਾਂ, ਹਾਈ ਕਮਾਂਡ ਨਾਲ ਵੀ ਕਰ ਰਹੇ ਹਾਂ, ਉਹ ਤਾਂ ਮੈਂ ਸਮਝਦਾ ਹਾਂ ਕਿ ਫਾਈਨਲੀ ਜਿਹੜਾ ਕੋਈ ਚੰਗਾ परिणाम ਸਾਹਮਣੇ ਆਉਣ ਵਾਲਾ ਹੈ। ਔਰ ਮੈਨੂੰ ਯਾਦ ਹੈ ਕਿ ਹਰੀਸ਼ ਰਾਵਤ ਕੱਲ੍ਹ ਵੀ ਟੀਵੀ ਤੇ ਕਹਿੰਦੇ ਹੋਏ ਸੁਣੇ ਗਏ ਸੀ ਔਰ ਪਹਿਲੇ ਵੀ ਕਿ ਥੋੜ੍ਹਾ ਜਿਹਾ ਸੋ ਪੇਸ਼ੈਂਸ ਇਜ਼ ਦੀ ਆਨਸਰ ਟੂ ਆਲ ਦੀ ਕੁਐਸਚਨਸ। ਇਸ ਵੇਲੇ ਨਵਜੋਤ ਸਿੰਘ ਸਿੱਧੂ ਬਾਰੇ 3-4 ਕਿਆਸਰਾਈਆਂ ਚੱਲ ਰਹੀਆਂ ਸੀ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਚੱਲੀ ਸੀ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ, ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜੇ ਉਪ ਮੁੱਖ ਮੰਤਰੀ ਬਣਾਉਂਦੇ ਆ, ਕੀ ਮੁੱਖ ਮੰਤਰੀ ਉਹਨਾਂ ਨੂੰ ਚੱਲਣ ਦੇਣਗੇ? ਇਹ ਪੋਲੀਟੀਕਲ ਉਤਰਾਅ ਚੜਾਅ ਦਾ ਪਤਾ ਨਹੀਂ ਲੱਗਦਾ। ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਬੜੀ ਚੰਗੀ ਤਰ੍ਹਾਂ ਚੇਤੇ ਹੋਏਗਾ ਕਿ ਕਿਸੇ ਵੇਲੇ ਇਹ ਪ੍ਰਸਥਿਤੀ ਅਕਾਲੀ ਦਲ ਦੇ ਅੰਦਰ ਕੈਪਟਨ ਅਮਰਿੰਦਰ ਦੀ ਵੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਫਿਰਦਾ ਸੀ ਕਿ ਮੈਨੂੰ ਇੱਕ ਟਿਕਟ ਦੇ ਦਿਓ, ਤੇ ਬਾਦਲ ਸਾਹਿਬ ਜਿਹੇ ਜਿਹਾ ਸੁਭਾਅ ਉਹਨਾਂ ਦਾ ਟਿਚਰਾਂ ਕਰਕੇ ਟਾਲ ਦਿੰਦੇ ਸੀ ਇਹਨਾਂ ਨੂੰ। ਕੱਲਾ ਨਵਜੋਤ ਸਿੱਧੂ ਸੀ ਜਿਹਦੇ ਲਈ ਫੋਟੋ ਖਿਚਾਉਣ ਲਈ ਲੋਕਾਂ 'ਚ ਬਹੁਤ ਤਾਂਘ ਹੈਗੀ ਸੀ। ਸੋ ਮੇਰੇ ਖਿਆਲ ਦੇ ਵਿੱਚ ਹਾਈ ਕਮਾਂਡ ਵੀ ਇਹ ਮਹਿਸੂਸ ਕਰਦੀ ਕਿ ਉਹ ਪਪੂਲਰ ਲੀਡਰ ਨੇ, ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਲੋਕ ਜਿਹੜੇ ਨੇ ਉਹ ਇਸ ਵੇਲੇ ਕਾਂਗਰਸ ਹਾਈ ਕਮਾਂਡ ਵੀ ਮਹਿਸੂਸ ਕਰਦੀ ਕਿ ਜਿਹਨੂੰ ਲੋਕੀ ਜਿਸ ਲੀਡਰ ਨੂੰ ਪਸੰਦ ਕਰ ਰਹੇ ਨੇ ਉਸ ਲੀਡਰ ਨੂੰ ਹੀ ਅੱਗੇ ਲਿਆਂਦਾ ਜਾਏ। ਕੈਪਟਨ ਅਮਰਿੰਦਰ ਉਹਨਾਂ ਨੂੰ ਪਾਰਟੀ ਦੇ ਪ੍ਰਧਾਨ ਦੇ ਲਗਾਏ ਜਾਂਦੇ ਹਾਰੀ ਐਸੀ ਕਰਕੇ ਇਹ ਮਾਮਲਾ ਇਹਨਾਂ ਦੇ ਲਟਕਦਾ ਰਿਹਾ। ਦੂਜੇ ਪਾਸੇ ਆ ਕਹਿੰਦੇ ਜੇ ਆਣਾ ਕੈਬਨਿਟ 'ਚ ਆ ਜਾਓ, ਜਗ੍ਹਾ ਖਾਲੀ ਹੈ, ਜਿੱਥੇ ਸਤੀਵਾ ਸੀ ਜਿੱਤਾ ਸੀ ਉਹ ਮੈਂ ਪੋਸਟ ਥੱਲੇ ਵੀ ਖਾਲੀ ਰੱਖੀ, ਇੱਥੇ ਆ ਕੇ ਦੁਬਾਰਾ ਆ ਜਾਓ। ਉੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਜਾਣ ਨੂੰ ਤਿਆਰ ਨਹੀਂ ਸੀ, ਕਿਉਂਕਿ ਇਹ ਕਿ ਉਹਨਾਂ ਦੇ ਥੁੱਕੇ ਚੱਟਣ ਦੇ ਬਰਾਬਰ ਗੱਲ ਹੋ ਜਾਣੀ ਸੀ। ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਜਾਵੇ, ਕਿ ਕੰਪੇਨ ਕਮੇਟੀ ਦਾ ਜੇ ਚੇਅਰਮੈਨ ਉਹਨਾਂ ਨੂੰ ਬਣਾਇਆ ਜਾਂਦਾ ਹੈ ਤਾਂ ਜਿਹੜਾ ਹਾਲ ਦੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੀਕੇ ਨੂੰ ਆਪਣਾ ਨਾਂ ਕੀ ਹੈ ਐਡਵਾਈਜ਼ਰ ਬਣਾ ਕੇ ਇੱਥੇ ਇਲੈਕਸ਼ਨਾਂ ਲੜਾਉਣ ਵਾਸਤੇ ਲਿਆਇਆ, ਕੀ ਉਹ ਸਾਰਾ ਅਸੈਪਟੇਬਲ ਕਰੇਗਾ? ਤੁਸੀਂ ਇਹ ਦੇਖੋ ਇੰਦਰਾ ਗਾਂਧੀ ਐਮਰਜੈਂਸੀ ਲਗਾਉਣ ਤੋਂ ਬਾਅਦ ਕਿੱਥੇ ਗਈ ਸੀ, ਲੋਕੀ ਕਹਿੰਦੇ ਖਤਮ ਹੋ ਗਈ, 3 ਸਾਲ ਬਾਅਦ ਫਿਰ ਮੁੜ ਕੇ ਆ ਗਏ। ਇਸ ਤਰ੍ਹਾਂ ਜਿਸਲੇ ਨਵਜੋਤ ਸਿੱਧੂ ਨੂੰ ਇਹ ਪਾਰਟੀ ਛੱਡਣੀ ਪਈ ਸੀ, ਪਹਿਲੇ ਬੀਜੇਪੀ ਛੱਡੇ, ਫਿਰ ਆਮ ਆਦਮੀ ਪਾਰਟੀ ਨਾਲ ਗੱਲਬਾਤ ਕੀਤੀ, ਫਿਰ ਆਪਣੀ ਬਣਾਈ, ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਇਹੀ ਕਹਿਣ ਲੱਗੇ ਜੀ ਇਹਨਾਂ ਦਾ ਭਵਿੱਖ ਕੋਈ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਨੇ ਕਦੀ ਇਹਨਾਂ ਨੂੰ ਪ੍ਰਧਾਨ ਜੇ ਬਣਨ ਨਹੀਂ ਦੇਣਾ। ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀ ਸਮਰੱਥਾ ਰੱਖਦਾ ਹੈ ਕਿ ਉਹ ਪਹਿਲੀ ਗੱਲ ਤਾਂ ਉਹਦੀ ਤਿੰਨੇ ਭਾਸ਼ਾਵਾਂ ਦੇ ਉੱਤੇ ਪੂਰੀ ਕਮਾਂਡ ਹੈ। ਦੂਜੀ ਚੀਜ਼ ਉਸ ਨੂੰ ਪ੍ਰੈਜੈਂਟੇਸ਼ਨ ਕਰਨੀ ਆਉਂਦੀ ਹੈ। ਚੌਥੀ ਚੀਜ਼ ਜਿਹੜੀ ਸਭ ਤੋਂ ਅਹਿਮ ਹੈ, ਅੱਜ ਤੱਕ ਉਹਨਾਂ ਦੇ ਉੱਤੇ ਦੁੰਨੇ ਜੋੜੇ ਦੇ ਉੱਤੇ ਕੋਈ ਕਰਪਸ਼ਨ ਦਾ ਚਾਰਜ ਨਹੀਂ ਲੱਗਿਆ।
ਜਦੋਂ ਬਿਲਕੁਲ ਨਵੀਂ ਸਹੀ। ਚੀਜ਼ ਨੂੰ ਲੈ ਕੇ ਆਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਸਾਹਮਣੇ ਉਹ ਜਿਹਾ ਚਿਹਰਾ ਹੀ ਲਿਆਂਦਾ ਜਾ ਸਕਦਾ ਜਿਹੜਾ ਪੂਰੇ ਤੌਰ ਤੇ ਇਮਾਨਦਾਰ ਹੋਵੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਦੋ ਮੁੱਦਿਆਂ ਤੇ ਚਰਚਾ ਕਰਨ ਜਾ ਰਹੇ ਹਾਂ। ਪਹਿਲਾ ਮੁੱਦਾ ਹੈ ਨਵਜੋਤ ਸਿੱਧੂ, ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਹਰੀਸ਼ ਰਾਵਤ ਜੀ, ਉਹਨਾਂ ਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਫਿਰ ਨਵਜੋਤ ਸਿੱਧੂ ਦੇ ਨਾਲ ਮੁਲਾਕਾਤਾਂ ਕੀਤੀਆਂ। ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਰਾਜਨੀਤੀ ਦੇ ਅੰਦਰ ਇੱਕ ਨਵੀਂ ਹਲਚਲ। ਦੂਜਾ ਮੁੱਦਾ ਸਮੇਂ ਦੇ ਲਿਹਾਜ਼ ਦੇ ਨਾਲ ਸੀਨੀਅਰ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਤੇ ਕੁਝ ਹੋਰ ਕਿਸਾਨ ਆਗੂਆਂ ਨੇ ਅੱਜ ਚੰਡੀਗੜ੍ਹ 'ਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਬੰਗਾਲ ਦੇ ਚੋਣ ਦੌਰੇ ਤੇ ਜਾਣ ਤੋਂ ਪਹਿਲਾਂ ਇਹ ਐਲਾਨ ਕੀਤਾ ਹੈ ਤੇ ਬੰਗਾਲ ਦੇ ਅੰਦਰ, ਚਾਹੇ ਬੰਗਾਲ ਆ, ਚਾਹੇ ਅੱਗੇ ਅਸਾਮ ਆ ਜਾਂ ਦੂਜੇ ਰਾਜ ਆ, ਜਿੱਥੇ ਵੀ ਚੋਣਾਂ ਹੋ ਰਹੀਆਂ, ਸਿੱਧੇ ਤੌਰ ਤੇ ਭਾਜਪਾ ਨੂੰ ਵੋਟ ਨਾ ਪਾਉਣ ਦਾ, ਯਾਨੀ ਭਾਜਪਾ ਦਾ ਕਰਾਂਗੇ ਵਿਰੋਧ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਸਾਡੇ ਇਸ ਖਿੱਤੇ ਦੇ ਸੀਨੀਅਰ ਜਰਨਲਿਸਟ ਹਰਕਮਲਜੀਤ ਸਿੰਘ ਜੀ, ਏਸ ਪ੍ਰਾਸ਼ਰ, ਜਸਪਾਲ ਸਿੰਘ ਢਿੱਲੋਂ, ਤਿੰਨੇ ਹੀ ਸੀਨੀਅਰ ਜਰਨਲਿਸਟਾਂ ਦਾ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਸਾਡੇ ਪੈਨਲ ਤੇ ਆਏ ਆ ਉਹਨਾਂ ਨੂੰ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ ਕਿ ਪੰਜਾਬ ਦੀ ਰਾਜਨੀਤੀ 'ਚ ਆਉਣ ਵਾਲੇ ਦਿਨਾਂ 'ਚ ਇੱਕ ਨਵੀਂ ਹਲਚਲ ਹੋ ਸਕਦੀ ਹੈ, ਉਹ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਅੰਦਰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਅਗਲੇ ਦਿਨਾਂ 'ਚ। ਕਿਵੇਂ ਦੇਖਦੇ ਹੋ ਇਹਨਾਂ ਪ੍ਰਸਥਿਤੀਆਂ ਨੂੰ ਹਰਕਮਲ ਜੀ? ਜਗਤਾਰ ਜੀ, ਜਿਵੇਂ ਤੁਸੀਂ ਕਹਿ ਰਹੇ ਹੋ, ਇਸ ਵੇਲੇ ਕਾਂਗਰਸ ਹਲਕਿਆਂ 'ਚ ਇਹ ਬਹੁਤ ਜ਼ਿਆਦਾ ਚਰਚਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਰਿਹਾ ਹੈ। ਜੋ ਸਾਨੂੰ ਵੀ ਕਾਂਗਰਸ ਸੋਰਸਸ ਤੋਂ ਪਤਾ ਲੱਗ ਰਿਹਾ ਹੈ, ਰਾਵਤ ਆਏ ਸੀ, ਹਰੀਸ਼ ਰਾਵਤ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਦੱਸਿਆ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਣਾ ਚਾਹੁੰਦੀ ਹੈ ਔਰ ਮੈਂ ਤੁਹਾਡੀ ਕੰਸੈਂਟ ਲੈਣ ਲਈ ਆਇਆ। ਹਾਈ ਕਮਾਂਡ ਇਹ ਚਾਹੁੰਦੀ ਹੈ ਕਿ ਤੁਸੀਂ ਇਸ ਕੰਮ ਲਈ ਮਿਲਵਰਤਨ ਦਿਓ ਔਰ ਦੋਨੋਂ ਨਿਯੁਕਤੀ ਤੋਂ ਬਾਅਦ ਇਕੱਠੇ ਹੋ ਕੇ ਚੱਲੋ। ਜੋ ਜੀ ਚਰਚਾ ਹੈਗਾ ਉਹ ਇਹ ਹੈਗਾ ਕਿ ਮੁੱਖ ਮੰਤਰੀ ਨੇ ਬੇਸ਼ੱਕ ਇਹ ਜ਼ਰੂਰ ਕਿਹਾ ਕਿ ਉਹ ਹਮੇਸ਼ਾ ਹਾਈ ਕਮਾਂਡ ਦੇ ਨਾਲ ਖੜੇ ਰਹੇ ਨੇ, ਜੋ ਕਰਦੇ ਨੇ ਉਹਨਾਂ ਨੇ ਕਦੀ ਉਹਦਾ ਅੱਜ ਤੱਕ ਵਿਰੋਧ ਤੇ ਨਹੀਂ ਕੀਤਾ, ਲੇਕਿਨ ਸ਼ਾਇਦ ਉਹ ਇਸ ਗੱਲ ਤੋਂ ਬਹੁਤ ਖੁਸ਼ ਵੀ ਨਹੀਂ ਹੈਗੇ। ਸੋ ਵਿੱਚ ਵਿਚਾਲੇ ਜੀ ਅਜੇ ਉਹਨਾਂ ਦੀ ਗੱਲ ਲੱਗ ਰਹੀ ਹੈ, ਪਰ ਜੋ ਨਜ਼ਰ ਆ ਰਿਹਾ ਹੈ ਕਿ ਹਾਈ ਕਮਾਂਡ ਨੇ ਆਪਣਾ ਇਹ ਮਨ ਬਣਾ ਲਿਆ ਹੈ ਕਿ ਅਸੀਂ ਪ੍ਰਦੇਸ਼ ਕਾਂਗਰਸ ਦੇ ਵਿੱਚ ਤਬਦੀਲੀ ਲੈ ਕੇ ਆਉਣੀ ਹੈ। ਉਹਨਾਂ ਦਾ ਮੁੱਖ ਜਿਹੜਾ ਉਹਨਾਂ ਦਾ ਮਸਲਾ ਹੈਗਾ ਉਹ ਇਹ ਹੈਗਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੋਲੀਟੀਕਲ ਐਡਜਸਟਮੈਂਟ ਦੇਣਾ ਚਾਹੁੰਦੇ ਨੇ। ਜੋ ਹੁਣ ਚਰਚਾ ਇਹ ਹੈਗਾ ਕਿ ਸ਼ਾਇਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ, ਮੇਬੀ ਵਿਦਨ ਮੰਥ, ਉਹਨਾਂ ਦੀ ਇਹ ਨਿਯੁਕਤੀ ਹੋ ਜਾਏਗੀ, ਜਾਂ ਤੇ ਆਉਣ ਵਾਲੇ ਹਫਤੇ 'ਚ ਹੋ ਸਕਦੀ ਜਾਂ ਮਹੀਨੇ 'ਚ ਹੋ ਜਾਏਗੀ, ਇਹ ਪਤਾ ਨਹੀਂ। ਚਲੋ ਇਹ ਹਾਈ ਕਮਾਂਡ ਨੇ ਫੈਸਲਾ ਲੈਣਾ ਕਦੋਂ ਕੀ ਕਰਨਗੇ ਉਹ। ਜੀ ਜੀ ਹਾਂਜੀ, ਲੇਕਿਨ ਕਮਲ ਜੀ, ਜਿਵੇਂ ਤੁਸੀਂ ਕਿਹਾ ਕਿ ਇਹਦੇ ਨਾਲ ਬਹੁਤ ਵੱਡੀ ਆਉਣ ਵਾਲੇ ਦਿਨਾਂ 'ਚ ਨਵਜੋਤ ਸਿੱਧੂ ਦੀ ਨਿਯੁਕਤੀ ਦੀ ਗੱਲ ਕਰ ਰਹੇ ਹੋ, ਕਿਤੇ ਲੱਗਦਾ ਜਿੱਦਾਂ ਦੀਵਾਰ ਤੇ ਲਿਖਿਆ ਹੁੰਦਾ ਹੈ ਕਾਂਗਰਸ ਦੀਆਂ ਇਹ ਮਜਬੂਰੀਆਂ ਜਾਂ ਕੰਪਲਸ਼ਨ ਜਿਹਨੂੰ ਆਪਾਂ ਕਹਿੰਦੇ ਹੋਏਗੀ ਕਿ ਜੇ ਅਗਲੀ ਇਲੈਕਸ਼ਨ ਜਿੱਤਣੀ ਹੈ ਤਾਂ ਕੱਲਾ ਕੈਪਟਨ ਅਮਰਿੰਦਰ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਨਹੀਂ ਜਿੱਤੀ ਜਾ ਸਕਦੀ। ਜੀ ਦੇਖੋ, ਬੜੀ ਸਪਸ਼ਟ ਗੱਲ ਹੈ, ਹਾਈ ਕਮਾਂਡ ਨੂੰ ਇਹ ਗੱਲ ਨਜ਼ਰ ਆ ਰਹੀ ਹੈ ਕਿ ਨਵਜੋਤ ਸਿੱਧੂ ਇੱਕ ਪਪੂਲਰ ਲੀਡਰ ਨੇ। ਅਸੀਂ ਵਿਧਾਨ ਸਭਾ ਦੇ ਸਮਾਗਮ 'ਚ ਵੀ ਇਹ ਗੱਲ ਦੇਖੀ ਕਿ ਜਿਸ ਢੰਗ ਦੇ ਨਾਲ ਤਾਂਤਾ ਲੱਗਾ ਹੋਇਆ ਸੀ ਲੋਕਾਂ ਦਾ ਉਹਨਾਂ ਦੇ ਨਾਲ ਫੋਟੋ ਖਿਚਾਉਣ ਲਈ, ਮੇਰੇ ਖਿਆਲ ਹੋਰ ਕਿਸੇ ਵਿਧਾਨਕਾਰ, ਕਿਸੇ ਮੰਤਰੀ, ਈਵਨ ਚੀਫ ਮਿਨਿਸਟਰ ਲਈ ਕੋਈ ਇਹੋ ਜਿਹੀ ਡਿਮਾਂਡ ਨਹੀਂ ਸੀ ਕਿ ਜੀ ਉਹਨਾਂ ਦੇ ਨਾਲ ਕੋਈ ਫੋਟੋ ਖਿਚਾਏ। ਔਰ ਕੱਲਾ ਨਵਜੋਤ ਸਿੱਧੂ ਸੀ ਜਿਹਦੇ ਲਈ ਫੋਟੋ ਖਿਚਾਉਣ ਲਈ ਲੋਕਾਂ 'ਚ ਬਹੁਤ ਤਾਂਘ ਹੈਗੀ ਸੀ। ਸੋ ਮੇਰੇ ਖਿਆਲ ਦੇ ਵਿੱਚ ਹਾਈ ਕਮਾਂਡ ਵੀ ਇਹ ਮਹਿਸੂਸ ਕਰਦੀ ਕਿ ਉਹ ਪਪੂਲਰ ਲੀਡਰ ਨੇ, ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਲੋਕ ਜਿਹੜੇ ਨੇ ਉਹ ਇਸ ਵੇਲੇ ਕਾਂਗਰਸ ਹਾਈ ਕਮਾਂਡ ਵੀ ਮਹਿਸੂਸ ਕਰਦੀ ਕਿ ਜਿਹਨੂੰ ਲੋਕੀ ਜਿਸ ਲੀਡਰ ਨੂੰ ਪਸੰਦ ਕਰ ਰਹੇ ਨੇ ਉਸ ਲੀਡਰ ਨੂੰ ਹੀ ਅੱਗੇ ਲਿਆਂਦਾ ਜਾਏ ਜਿਹਦਾ ਕਿ ਪਾਰਟੀ ਨੂੰ ਫਾਇਦਾ ਮਿਲ ਸਕੇ। ਸੋ ਜੀ ਮੈਨੂੰ ਲੱਗਦਾ ਕਿ ਪਾਰਟੀ ਹਾਈ ਕਮਾਂਡ ਨੇ ਇਸ ਗੱਲ ਲਈ ਮਨ ਬਣਾ ਲਿਆ
ਔਰ ਦੇਖਣ ਵਾਲੀ ਗੱਲ ਹੁਣ ਇਹ ਹੋਏਗੀ ਕਿ ਇਹ ਇੱਕ ਅਪਾਇੰਟਮੈਂਟ ਪੰਜਾਬ 'ਚ ਬਹੁਤ ਤਬਦੀਲੀਆਂ ਲੈ ਕੇ ਆਏਗੀ। ਕਾਂਗਰਸ ਦਾ ਸਾਰਾ ਢਾਂਚਾ ਵੀ ਜਿਹੜਾ ਉਹ ਦੁਬਾਰਾ ਬਣਨ ਵਾਲਾ ਹੈ, ਉਹਨਾਂ ਦੇ ਸਾਰੇ ਅਹੁਦੇਦਾਰ ਵੀ ਦੁਬਾਰਾ ਬਣਨ ਵਾਲੇ ਨੇ। ਲੱਗਦਾ ਹੈ ਵੀ ਕਿ ਨਵਜੋਤ ਸਿੱਧੂ ਨੂੰ ਇਸ ਕੰਮ ਲਈ ਫ੍ਰੀ ਹੈਂਡ ਦਿੱਤਾ ਜਾਏਗਾ ਕਿ ਉਹ ਇਸ ਸਾਰੇ ਢਾਂਚੇ ਨੂੰ ਵੀ ਆਪ ਆਪਣੀ ਮਰਜ਼ੀ ਦੇ ਮੁਤਾਬਕ ਬਣਾਉਣ। ਸਰਕਾਰ ਦੇ ਨਾਲ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਹੋ ਜਿਹਾ ਤਾਲਮੇਲ ਰਹਿੰਦਾ ਹੈ, ਬਾਕੀ ਲੋਕਾਂ ਨਾਲ ਤਾਲਮੇਲ ਕਿਹੋ ਜਿਹਾ ਰਹਿੰਦਾ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਲੇਕਿਨ ਕਾਂਗਰਸ ਇਹ ਇੱਕ ਬਹੁਤ ਵੱਡਾ ਫੈਸਲਾ ਔਰ ਤੁਸੀਂ ਕਹਿ ਸਕਦੇ ਹੋ ਲੈਣ ਜਾ ਰਹੀ ਹੈ ਔਰ ਇੱਕ ਜ਼ਿੰਮੇਵਾਰੀ ਨਵੇਂ ਲੀਡਰ ਨੂੰ ਦੇਣ ਜਾ ਰਹੀ ਹੈ। ਬਿਲਕੁਲ ਠੀਕ। ਪ੍ਰਾਸ਼ਰ ਜੀ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣੇ ਲੰਘ ਕੇ ਗਿਆ ਹੈ। ਇਹ ਵੀ ਵੇਖਣ ਨੂੰ ਮਿਲਿਆ ਕਿ ਪਹਿਲੀ ਵਾਰੀ ਹੈ ਕਿ ਨਵਜੋਤ ਸਿੱਧੂ ਲਗਾਤਾਰ ਵਿਧਾਨ ਸਭਾ ਦੇ ਸੈਸ਼ਨ 'ਚ ਆਉਂਦੇ ਰਹੇ ਹੈ। ਜਿੱਦਾਂ ਹਰਕਮਲ ਜੀ ਕਹਿ ਰਿਹਾ ਕਿ ਉੱਥੇ ਤਸਵੀਰਾਂ ਖਿਚਾਉਣੀਆਂ, ਵਿਧਾਇਕਾਂ ਨਾਲ ਮਿਲਣਾ, ਇਹ ਤਬਦੀਲੀ ਤਾਂ ਨਜ਼ਰ ਆਈ ਹੈ। ਪਰ ਜਿਹੜਾ ਪੋਲੀਟੀਕਲ ਤੌਰ ਤੇ ਹੁਣ ਕਾਰਡ ਜਿਹੜੀ ਨਜ਼ਰ ਆ ਰਹੀ ਹੈ ਗੱਲ ਕਿ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਉਹਦੇ ਲਈ ਕੈਪਟਨ ਅਮਰਿੰਦਰ ਚਾਹੇ ਅੰਦਰੋਂ ਕਿੰਨੇ ਖੁਸ਼ ਹੁੰਦੇ ਜਾਂ ਨਹੀਂ ਹੁੰਦੇ, ਪਰ ਲੱਗਦਾ ਕਿ ਕਾਂਗਰਸ ਜਿਹੜੀ ਹੈਗੀ ਤੈਅ ਕਰ ਚੁੱਕੀ ਹੈ ਕਿ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਸੌਂਪੀ ਜਾਏਗੀ। ਕਿਵੇਂ ਲੱਗਦਾ ਹੈ ਇਸ ਬਹੁਤ ਵੱਡੇ ਸਵਾਲ ਦੇ ਉੱਤੇ ਇਹਨਾਂ ਤਬਦੀਲੀਆਂ ਨੂੰ ਲੈ ਕੇ ਪ੍ਰਾਸ਼ਰ ਜੀ? ਜਗਤਾਰ ਜੀ, ਇਹ ਮਾਮਲਾ ਜਿਹੜਾ ਹੈ ਬੜੀ ਦੇਰ ਤੋਂ ਲਟਕ ਰਿਹਾ ਸੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਦੇ ਵਿੱਚ ਕਿੱਥੇ ਐਡਜਸਟ ਕੀਤਾ ਹੋਵੇ। ਸਾਲ ਡੇਢ ਸਾਲ ਪਹਿਲੇ ਜਿਹੜੇ ਉਹ ਆਪਣੇ ਪੋਰਟਫੋਲੀਓ ਬਦਲੇ ਜਾਣ ਦੇ ਮੁੱਦੇ ਨੂੰ ਲੈ ਕੇ ਉਹ ਪਾਰਟੀ ਕੈਬਨਿਟ ਤੋਂ ਅਸਤੀਫਾ ਦੇ ਕੇ ਲਾਂਭੇ ਹੋਏ ਸੀ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਮੈਨੂੰ ਵਾਪਸ ਆਉਣਾ ਤਾਂ ਮੇਰਾ ਪੋਰਟਫੋਲੀਓ ਉਹੀ ਮਿਲਣਾ ਚਾਹੀਦਾ। ਹੁਣ ਇਸੇ ਇਸ਼ੂ ਨੂੰ ਲੈ ਕੇ ਸਾਲ ਡੇਢ ਸਾਲ ਤੱਕ ਇਹ ਮਾਮਲਾ ਲਟਕਦਾ ਰਿਹਾ। ਹੁਣ ਇਸ ਦੇ ਦੋ ਪਹਿਲੂ ਹੈ। ਇੱਕ ਤਾਂ ਇਹ ਹੈ ਕਿ ਜੇ ਨਵਜੋਤ ਸਿੱਧੂ ਨਾਰਾਜ਼ ਰਹਿੰਦਾ ਹੈ ਤਾਂ ਇਹਦਾ ਪਾਰਟੀ ਨੂੰ ਕੀ ਨੁਕਸਾਨ ਹੋ ਸਕਦਾ ਹੈ, ਔਰ ਦੂਸਰਾ ਇਹ ਹੈ ਕਿ ਜੇ ਉਹ ਪਾਰਟੀ ਦੇ ਵਿੱਚ ਐਡਜਸਟ ਹੋ ਕੇ ਕਿਤੇ ਰਿਸਪੈਕਟੇਬਲ ਪੋਜੀਸ਼ਨ ਵਿੱਚ ਫਿੱਟ ਹੋ ਜਾਂਦੇ ਹੈ ਤੇ ਇਹਦਾ ਪਾਰਟੀ ਨੂੰ ਕੀ ਫਾਇਦਾ ਹੈ। ਇਹ ਅਸੀਂ ਤੁਸੀਂ ਸਾਰੇ ਸਿਆਸੀ ਅਬਜ਼ਰਵਰ ਜਾਣਦੇ ਹਾਂ ਕਿ ਨਵਜੋਤ ਸਿੱਧੂ ਕਿਸੇ ਵੀ ਪਾਰਟੀ ਲਈ ਅਸੈਟ ਸਾਬਤ ਹੋ ਸਕਦਾ ਹੈ, ਔਰ ਸਭ ਤੋਂ ਜ਼ਿਆਦਾ ਉਹ ਕਾਂਗਰਸ ਪਾਰਟੀ ਤੇ ਅਸੈਟ ਲਈ ਹੋ ਸਕਦਾ ਹੈ, ਕਿਉਂਕਿ ਅਗਰ ਉਹ ਪਾਰਟੀ ਦੇ ਵਿੱਚ ਆਉਂਦੇ ਹੈ ਰਹਿੰਦੇ ਹੈ ਤਾਂ ਪਾਰਟੀ ਜਿਸ ਢੰਗ ਨਾਲ ਕੰਪੇਨ ਕਰ ਸਕਦੇ ਹੈ ਉਹਨਾਂ ਦੇ ਮੁਕਾਬਲੇ ਦਾ ਜਿਹੜਾ ਸਾਰੇ ਕਾਂਗਰਸ ਪਾਰਟੀ ਦੇ ਅੰਦਰ ਬਾਹਰ ਚਾਰ ਚੁਫੇਰੇ ਤੁਸੀਂ ਨਜ਼ਰ ਦੌੜਾ ਕੇ ਦੇਖ ਲਓ, ਉਹਨਾਂ ਦੇ ਮੁਕਾਬਲੇ ਦੀ ਪਰਸਨੈਲਿਟੀ ਹੈ ਨਹੀਂ। ਤਾਂ ਮੈਂ ਸਮਝਦਾ ਹਾਂ ਕਿ ਕਾਂਗਰਸ ਦੇ ਅੱਛੇ ਭਾਗ ਹੈ ਕਿ ਅਗਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਵਿੱਚ ਹੀ ਕੋਈ ਰਿਸਪੈਕਟੇਬਲ ਅਹੁਦਾ ਦੇ ਕੇ ਤੇ ਸੈੱਟ ਕੀਤਾ ਜਾ ਸਕਦਾ ਹੈ, ਤਾਂ ਉਹ ਪਾਰਟੀ ਦੀ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਜਾ ਰਹੀ ਚੋਣਾਂ ਹੈ ਉਹਦੇ ਵਿੱਚ ਅੱਛੀ ਪਰਫਾਰਮੈਂਸ ਦਿੱਤੀ ਜਾ ਸਕਦੀ ਹੈ। ਹੁਣ ਇਸ ਵੇਲੇ ਹਾਲਤ ਹੈ ਕਿ ਮੈਂ ਸਮਝਦਾ ਕਿ ਬਜਟ ਸੈਸ਼ਨ ਦੇ ਦੌਰਾਨ ਦੋ ਚਾਰ ਚੀਜ਼ਾਂ ਜਿਹੜੀਆਂ ਉਹ ਦੇਖਣ 'ਚ ਮਿਲੀਆਂ। ਪਹਿਲੀ ਤਾਂ ਇਹ ਹੈ ਕਿ ਨਵਜੋਤ ਸਿੱਧੂ ਨੇ ਇਸ ਸੈਸ਼ਨ ਦੇ ਵਿੱਚ ਹਰ ਰੋਜ਼ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਸਿਟਿੰਗ 'ਚ ਹਾਜ਼ਰ ਹੈ, ਅਟੈਂਡ ਕੀਤਾ, ਜਿੱਥੇ ਮੌਕਾ ਮਿਲਿਆ ਉੱਥੇ ਬੋਲੇ ਵੀ, ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ, ਔਰ ਬੜੀ ਮੈਂ ਸਮਝਦਾ ਹਾਂ ਕਿ ਸਮਝਦਾਰੀ ਨਾਲ ਆਪਣਾ ਜਿਹੜਾ ਨਿਸ਼ਾਨਾ ਹੈ ਉਹ ਕੇਂਦਰ ਦੀ ਬੀਜੇਪੀ ਸਰਕਾਰ ਤੇ ਰੱਖਿਆ, ਹੋਰ ਕਿਸੇ ਮੁੱਦੇ ਨੂੰ ਨਹੀਂ ਲਿਆ। ਦੂਜੇ ਪਾਸੇ ਇਹ ਹੈ ਕਿ ਹਰੀਸ਼ ਰਾਵਤ ਜਿਹੜੇ ਬਾਰ-ਬਾਰ ਕਹਿੰਦੇ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਮਹਾਰਾਜ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ, ਨਵਜੋਤ ਸਿੱਧੂ ਨਾਲ ਵੀ ਗੱਲ ਕਰ ਰਹੇ ਹਾਂ, ਹਾਈ ਕਮਾਂਡ ਨਾਲ ਵੀ ਕਰ ਰਹੇ ਹਾਂ, ਉਹਦਾ ਮੈਂ ਸਮਝਦਾ ਹਾਂ ਕਿ ਫਾਈਨਲੀ ਜਿਹੜਾ ਕੋਈ ਚੰਗਾ परिणाम ਸਾਹਮਣੇ ਆਉਣ ਵਾਲਾ ਹੈ। ਔਰ ਮੈਨੂੰ ਯਾਦ ਹੈ ਕਿ ਹਰੀਸ਼ ਰਾਵਤ ਕੱਲ੍ਹ ਵੀ ਟੀਵੀ ਤੇ ਕਹਿੰਦੇ ਹੋਏ ਸੁਣੇ ਗਏ ਸੀ ਔਰ ਪਹਿਲੇ ਵੀ ਕਿ ਥੋੜ੍ਹਾ ਜਿਹਾ ਸੋ ਪੇਸ਼ੈਂਸ ਇਜ਼ ਦੀ ਆਨਸਰ ਟੂ ਆਲ ਦੀ ਕੁਐਸਚਨਸ। ਸੋ ਇਹ ਮੈਂ ਸਮਝਦਾ ਕਿ ਅਗਰ ਹੁਣ ਸਬਰ ਦਾ ਫਲ ਜਿਹੜਾ ਹੁਣ ਮਿੱਠਾ ਹੀ ਮਿਲੇਗਾ ਤਾਂ ਹੈ ਕਿ ਅਗਰ ਨਵਿੰਦਰ ਨੂੰ ਪ੍ਰਧਾਨ ਥਾਪਿਆ ਜਾਂਦਾ ਹੈ ਇਹ ਪਾਰਟੀ ਲਈ ਬੜੀ ਭਾਰੀ ਡਿਵੈਲਪਮੈਂਟ ਹੋਏਗੀ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਹਾਂ ਕਿ ਕੈਪਟਨ ਅਮਰਿੰਦਰ ਉਹਨਾਂ ਨੂੰ ਪਾਰਟੀ ਦੇ ਪ੍ਰਧਾਨ ਦੇ ਲਗਾਏ ਜਾਣ ਦੇ ਹੱਕੀ ਐਸੀ ਕਰਕੇ ਇਹ ਮਾਮਲਾ ਇਹਨਾਂ ਦੇ ਲਟਕਦਾ ਰਿਹਾ। ਦੂਜੇ ਪਾਸੇ ਇਹ ਕਹਿੰਦੇ ਜੇ ਆਉਣਾ ਕੈਬਨਿਟ 'ਚ ਆ ਜਾਓ, ਜਗ੍ਹਾ ਖਾਲੀ ਹੈ, ਜਿੱਥੇ ਅਸਤੀਫਾ ਸੀ ਦਿੱਤਾ ਸੀ ਉਹ ਮੈਂ ਪੋਸਟ ਥੱਲੇ ਵੀ ਖਾਲੀ ਰੱਖੀ, ਇੱਥੇ ਆ ਕੇ ਦੁਬਾਰਾ ਆ ਜਾਓ। ਉੱਥੇ ਜਿੱਥੇ ਨਵਜੋਤ ਸਿੰਘ ਸਿੱਧੂ ਜਾਣ ਨੂੰ ਤਿਆਰ ਨਹੀਂ ਸੀ, ਕਿਉਂਕਿ ਇਹ ਕਿ ਉਹਨਾਂ ਦੇ ਥੁੱਕੇ ਚੱਟਣ ਦੇ ਬਰਾਬਰ ਗੱਲ ਹੋ ਜਾਣੀ ਸੀ। ਤਾਂ ਮੈਂ ਸਮਝਦਾ ਕਿ ਅਲਟੀਮੇਟਲੀ ਅਗਰ ਇਹ ਮਾਮਲਾ ਇਸ ਤਰ੍ਹਾਂ ਹੱਲ ਹੋ ਜਾਂਦਾ ਹੈ ਸੋ ਆਲ ਇਜ਼ ਵੈਲ ਦੈਟ ਐਂਡਸ ਵੈਲ। ਅਗਰ ਉਹ ਉਹਦੇ ਉੱਤੇ ਆ ਜਾਂਦੇ ਹੈ ਤਾਂ ਪਾਰਟੀ ਦੇ ਵਿੱਚ ਫਿਰ ਉਹ ਨੈਚੁਰਲੀ ਇਹ ਵੀ ਲੈਵੇ ਫ੍ਰੀ ਹੈਂਡ
ਪਾਰਟੀ ਦੀ ਟਿਕਟਾਂ ਕਿਹਨੂੰ ਦੇਣੀਆਂ ਜੀ। ਕਿਹਨੂੰ ਨਹੀਂ ਦੇਣੀਆਂ। ਆਉਣ ਵਾਲੇ ਦਿਨਾਂ 'ਚ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਉਹ ਆਪਣਾ ਗਰੁੱਪ ਉਹ ਖੜਾ ਕਰ ਲੈਣ। ਪਹਿਲੇ ਤਾਂ ਉਹਨਾਂ ਨੂੰ ਆਪਣੇ ਲਈ ਤੇ ਆਪਣੀ ਬੀਵੀ ਦੀ ਟਿਕਟ ਲਈ ਵੀ ਲੜਨਾ ਪੈ ਰਿਹਾ ਸੀ। ਤੁਹਾਨੂੰ ਯਾਦ ਹੋਣਾ ਪਿਛਲੇ ਇਲੈਕਸ਼ਨਾਂ 'ਚ ਬੜੇ ਉਠਕ ਬੈਠਕ ਕਰਨੀ। ਐਤਕੀ ਅਗਰ ਉਹ ਫਰੀ ਹੈ ਨਾ ਤਾਂ ਹੀ ਕਹਿਣ। ਰਾਸ਼ਟਰ ਜੀ, ਮੈਂ ਵਿੱਚੋਂ ਟੋਕ ਰਿਹਾ ਤੁਹਾਨੂੰ। ਇਹ ਪੋਲੀਟੀਕਲ ਉਤਰਾਅ ਚੜਾਅ ਦਾ ਪਤਾ ਨਹੀਂ ਲੱਗਦਾ। ਤੁਸੀਂ ਬਹੁਤ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਬੜੀ ਚੰਗੀ ਤਰ੍ਹਾਂ ਚੇਤੇ ਹੋਏਗਾ ਕਿ ਕਿਸੇ ਵੇਲੇ ਇਹ ਪ੍ਰਸਥਿਤੀ ਅਕਾਲੀ ਦਲ ਦੇ ਅੰਦਰ ਕੈਪਟਨ ਅਮਰਿੰਦਰ ਦੀ ਵੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਫਿਰਦਾ ਸੀ ਕਿ ਮੈਨੂੰ ਇੱਕ ਟਿਕਟ ਦੇ ਦਿਓ, ਤੇ ਬਾਦਲ ਸਾਹਿਬ ਜਿਹੇ ਜਿਹਾ ਸੁਭਾਅ ਉਹਨਾਂ ਦਾ ਟਿਚਰਾਂ ਕਰਕੇ ਟਾਲ ਦਿੰਦੇ ਸੀ ਇਹਨਾਂ ਨੂੰ। ਸੋ ਇਸ ਕਰਕੇ ਜਦੋਂ ਇਦਾਂ ਦਾ ਮੌਕਾ ਤੇ ਲੀਡਰਸ਼ਿਪ ਦੀ ਆਪਣੀ ਇੱਕ ਔਕਾਤ ਜਾਂ ਪਹੁੰਚ ਹੈਗੀ ਹੈ ਕਿ ਪਾਰਟੀ ਨੂੰ ਮੰਨਣੀ ਪਏਗੀ। ਦੇਖੋ, ਇਹੀ ਸਿਆਸਤ ਦੀ ਬਿਊਟੀ ਹੈ, ਇਹੀ ਇਹਦੇ ਪਿਟਫਾਲਸ ਹੈ। ਇਹ ਕਿਸੇ ਬੰਦੇ ਨੂੰ ਉੱਪਰ ਲੈ ਜਾਂਦੀ ਹੈ, ਕਦੀ ਕਿਸੇ ਨੂੰ ਥੱਲੇ ਚਾਹ ਲੈ ਕੇ ਸੁੱਟ ਜਾਂਦੀ ਹੈ। ਤੁਸੀਂ ਇਹ ਦੇਖੋ, ਇੰਦਰਾ ਗਾਂਧੀ ਐਮਰਜੈਂਸੀ ਲਗਾਉਣ ਤੋਂ ਬਾਅਦ ਕਿੱਥੇ ਗਈ ਸੀ? ਲੋਕੀ ਕਹਿੰਦੇ ਖਤਮ ਹੋ ਗਈ, 3 ਸਾਲ ਬਾਅਦ ਫਿਰ ਮੁੜ ਕੇ ਆ ਗਏ। ਇਸ ਤਰ੍ਹਾਂ ਜਿਸਲੇ ਨਵਜੋਤ ਸਿੱਧੂ ਨੂੰ ਇਹ ਪਾਰਟੀ ਛੱਡਣੀ ਪਈ ਸੀ, ਪਹਿਲੇ ਬੀਜੇਪੀ ਛੱਡੀ, ਫਿਰ ਆਮ ਆਦਮੀ ਪਾਰਟੀ ਨਾਲ ਗੱਲਬਾਤ ਕੀਤੀ, ਫਿਰ ਆਪਣੀ ਬਣਾਈ। ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਇਹੀ ਕਹਿਣ ਲੱਗੇ ਜੀ ਇਹਨਾਂ ਦਾ ਭਵਿੱਖ ਕੋਈ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਨੇ ਕਦੀ ਇਹਨਾਂ ਨੂੰ ਪ੍ਰਧਾਨ ਜੇ ਬਣਨ ਨਹੀਂ ਦੇਣਾ। ਹੁਣ ਅਲਟੀਮੇਟਲੀ ਜੇ ਇਹ ਕਿਸ਼ਤੀ ਜਿਹੜੀ ਹੈ ਕਿਨਾਰੇ ਲੱਗ ਜਾਂਦੀ ਹੈ ਤਾਂ ਪਾਰਟੀ ਲਈ, ਨਵਜੋਤ ਸਿੱਧੂ ਲਈ ਔਰ ਓਵਰਆਲ ਮੈਂ ਕਹਿੰਦਾ ਜਿਹੜੀ ਨੈਕਸਟ ਗਵਰਨਮੈਂਟ ਅਗਰ ਕਾਂਗਰਸ ਦੀ ਬਣਦੀ ਹੈ ਤਾਂ ਬਹੁਤ ਅੱਛਾ ਰਹਿ ਜਾਊਗਾ। ਔਰ ਮੈਂ ਸਮਝਦਾ ਕਿ ਹਾਲਾਤ ਜਿਹੜੇ ਆ ਨਾ ਸਿਆਸੀ ਪੰਜਾਬ ਦੇ ਇਸ ਵੇਲੇ ਬੜੇ ਸਾਜ਼ਗਾਰ ਹੈ। ਆਪਾਂ ਜੇ ਬਾਕੀ ਪਾਰਟੀਆਂ ਦੇ ਨਜ਼ਰ ਪਾਈਏ। ਸਰ, ਮੈਂ ਬਿਲਕੁਲ ਤੇ ਗੱਲ ਕਰ ਰਿਹਾ, ਮੈਂ ਵੱਖਰੇ ਤੌਰ ਤੇ ਸਵਾਲ ਲਵਾਂਗਾ। ਇਹ ਵੀ ਗੱਲ ਬਣਦੀ ਹੈ ਪ੍ਰਾਸ਼ੀ ਜੀ, ਬਿਲਕੁਲ ਬਾਕੀ ਪੋਲੀਟੀਕਲ ਪਾਰਟੀਆਂ ਦੀ ਹਾਲਤ ਤੇ ਵੀ ਮੈਂ ਆਵਾਂਗਾ ਤੁਹਾਡੇ ਵੱਲ। ਆਪਾਂ ਇਸ ਮੁੱਦੇ ਤੇ ਗੱਲ ਕਰ ਲੈਂਦੇ ਹਾਂ। ਪਹਿਲਾਂ ਜਸਪਾਲ ਢਿੱਲੋਂ ਜੀ ਕਾਫੀ ਦੇਰ ਦਾ ਇੰਤਜ਼ਾਰ ਕਰ ਰਿਹਾ। ਢਿੱਲੋਂ ਜੀ, ਜਿਹੜਾ ਸਵਾਲ ਇਸ ਵੇਲੇ ਆ ਰਿਹਾ ਕਿ ਆਖਰ ਨਵਜੋਤ ਸਿੱਧੂ ਕਿਉਂ ਜ਼ਰੂਰਤ ਬਣ ਰਹੀ ਹੈ ਇਸ ਵੇਲੇ ਕਾਂਗਰਸ ਪਾਰਟੀ ਦੀ? ਜੀ ਢਿੱਲੋਂ ਸਾਹਿਬ। ਉਹਦਾ ਮੁੱਖ ਕਾਰਨ ਇਹ ਹੈਗਾ, ਪਹਿਲਾਂ ਤਾਂ ਇਹ ਕਿ ਜਿਹੜੀ ਇਸ ਵੇਲੇ 4 ਸਾਲ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਤਰੀਕੇ ਨਾਲ ਲੋਕਾਂ 'ਚ ਨਹੀਂ ਵਿਚਰ ਸਕਦੇ ਜਿਸ ਤਰੀਕੇ ਦੇ ਨਾਲ ਪਾਰਟੀ ਪ੍ਰਧਾਨ ਜਾਂ ਸਰਦਾਰ ਬੇਅੰਤ ਸਿੰਘ ਹੋਰੀ ਵਿਚਰਦੇ ਹੁੰਦੇ ਸੀ। ਕੁਝ ਆਗੂ ਸੀ ਜਿਹੜੇ ਉਸ ਲੈਵਲ ਤੱਕ ਜਾਂਦੇ ਆ। 1-2-3 ਆਵਾਜ਼ਾਂ ਹੋਰ ਉੱਠ ਰਹੀਆਂ ਨੇ। ਤਾਜ਼ੀ ਗੱਲ ਪਤਾ ਲੱਗੀ ਹੈ ਕਿ ਸ਼ਾਇਦ ਜਿਹੜਾ ਰਵਨੀਤ ਬਿੱਟੂ ਆ ਉਹਨੂੰ ਆਪਣਾ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਕਾਂਗਰਸ ਵੱਲੋਂ ਜਿਹੜਾ ਆਗੂ ਬਣਾਇਆ ਜਾ ਰਿਹਾ ਹੈ ਜਾਂ ਬਣਾ ਦਿੱਤਾ ਗਿਆ। ਇਹ ਚਰਚਾ ਬਿਲਕੁਲ ਠੀਕ ਹੈ, ਤੁਹਾਡੀ ਜਾਣਕਾਰੀ ਬਿਲਕੁਲ ਸਹੀ ਹੈ। ਤੇ ਦੂਸਰੀ, ਆਦੇਸ਼ ਪ੍ਰਤਾਪ ਹੋਰਾਂ ਦੀ ਚਰਚਾ ਪਿਛਲੇ 15-20 ਦਿਨ ਤੋਂ ਚੱਲ ਰਹੀ ਹੈ ਕਿ ਉਹ ਅਕਾਲੀ ਦਲ ਦੇ ਵਿੱਚ ਵੀ ਚੱਲੀ, ਉਹਨਾਂ ਨੂੰ ਲੈ ਕੇ ਕਿ 15 ਤਰੀਕ ਨੂੰ ਸੁਖਬੀਰ ਬਾਦਲ ਨੇ ਖੇਮ ਕਰਨ ਦੇ ਵਿੱਚ ਜਾਣਾ ਤੇ ਬਲਟੋਹਾ ਕਹਿੰਦਾ ਆ, ਬਿਰਸਾ ਸਿੰਘ ਬਲਟੋਹਾ ਹੋਈ ਕਿ ਮੇਰੀ ਤਾਂ ਸੀਟ ਅਨਾਉਂਸ ਕਰਕੇ ਜਾਣਗੇ। ਉੱਥੇ ਵੀ ਰੌਲਾ ਚੱਲਦਾ ਹੈਗਾ। ਉੱਥੇ ਵੀ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ, ਕਿਹਨੂੰ ਕਿੱਥੇ ਰੱਖਣਾ ਹੈਗਾ, ਕਿਹੜੀ ਜਗ੍ਹਾ ਦੇ ਉੱਤੇ, ਉਹ ਚੱਲਦੀ ਹੈ। ਕਾਂਗਰਸ ਦਾ ਜਿਹੜੀ ਸਥਿਤੀ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਬਣੀ ਹੋਈ ਹੈ, ਉਹ ਬਹੁਤ ਆਪਣੇ ਆਪ ਦੇ ਵਿੱਚ ਅਜੀਬੋ-ਗਰੀਬ ਬਣੀ ਹੋਈ ਹੈ। ਜੇ ਕਾਂਗਰਸ ਨੇ ਇੱਕ ਰਾਜ ਨੂੰ ਅਪਣਾਉਣਾ ਤਾਂ ਉਹਨੂੰ ਮੌਜੂਦਾ ਲੀਡਰਸ਼ਿਪ ਵਿੱਚ ਤਬਦੀਲੀ ਕਰਨੀ ਹੀ ਪਵੇਗੀ, ਕਿਉਂਕਿ ਜਿਹੜੇ ਪਹਿਲੀ ਕਤਾਰ ਆਗੂ ਨੇ ਉਹ ਸਾਰੇ 80-80 ਸਾਲਾਂ ਦੇ ਨੇੜੇ ਪਹੁੰਚ ਗਏ ਨੇ। ਜੇ ਅਸੀਂ ਅੱਜ ਨਵੇਂ ਬੰਦਿਆਂ ਨੂੰ ਮੌਕਾ ਨਹੀਂ ਦੇਵਾਂਗੇ, ਉਹਨਾਂ ਦੇ ਉੱਤੇ ਹੀ ਚੱਲਾਂਗੇ, ਤਾਂ ਮੇਰਾ ਨਹੀਂ ਖਿਆਲ ਕਿ ਪਾਰਟੀ ਕਿਸੇ ਪਾਸੇ ਜਾਵੇ। ਇਸ ਵੇਲੇ ਨਵਜੋਤ ਸਿੰਘ ਸਿੱਧੂ ਬਾਰੇ 3-4 ਕਿਆਸਰਾਈਆਂ ਚੱਲ ਰਹੀਆਂ ਸੀ, ਜਿਨ੍ਹਾਂ ਵਿੱਚੋਂ ਇੱਕ ਹੈ ਕਿ ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਹ ਚੱਲੀ ਸੀ ਕਿ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ, ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜੇ ਉਪ ਮੁੱਖ ਮੰਤਰੀ ਬਣਾਉਂਦੇ ਆ, ਕੀ ਮੁੱਖ ਮੰਤਰੀ ਉਹਨਾਂ ਨੂੰ ਚੱਲਣ ਦੇਣਗੇ? ਜੇ ਉਹਨਾਂ ਨੂੰ ਦੁਬਾਰਾ ਬਿਜਲੀ ਮਹਿਕਮੇ ਹੀ ਮੁੱਖ ਮੰਤਰੀ ਸਾਹਿਬ ਨੇ ਦੇਣਾ, ਫਿਰ ਤਾਂ ਉਹ 1.5 ਸਾਲ ਪਹਿਲਾਂ ਇਸ ਮਹਿਕਮੇ ਤੇ ਬੈਠ ਜਾਂਦੇ। ਨਾਲੇ ਜਿਹੜੇ ਪੁਰਾਣੀਆਂ ਸਰਕਾਰਾਂ ਵੇਲੇ ਸਮਝੌਤੇ ਹੋਏ ਵੀ ਸੀ, ਉਹਨਾਂ ਦੀ ਅਸਲ ਤਸਵੀਰ ਕੀ ਹੈ ਲੋਕ ਕਚਹਿਰੀ ਵਿੱਚ ਲੈ ਕੇ ਆਉਂਦੇ। ਇੱਕ ਕਿਆਸ ਰਾਈ ਦਿੱਲੀ ਦੇ ਖੇਤਰਾਂ ਦੇ ਵਿੱਚ ਹੋਰ ਵੀ ਚੱਲੀ ਸੀ ਕਿ ਜੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਜਾਵੇ। ਕਿ ਕੰਪੇਨ ਕਮੇਟੀ ਦਾ ਜੇ ਚੇਅਰਮੈਨ ਉਹਨਾਂ ਨੂੰ ਬਣਾਇਆ ਜਾਂਦਾ ਹੈ ਤਾਂ ਜਿਹੜਾ ਹਾਲ ਦੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੀਕੇ ਨੂੰ ਆਪਣਾ ਨਾਂ ਕੀ ਹੈ ਐਡਵਾਈਜ਼ਰ ਬਣਾ ਕੇ ਇੱਥੇ ਇਲੈਕਸ਼ਨਾਂ ਲੜਾਉਣ ਵਾਸਤੇ ਲਿਆਇਆ, ਕੀ ਉਹ ਸਾਰਾ ਐਕਸੈਪਟੇਬਲ ਕਰੇਗਾ? ਮੇਰਾ ਖਿਆਲ ਨਹੀਂ ਹੈਗਾ। ਇਸ ਵੇਲੇ ਜਿਹੜੀ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਖਬਰ ਨਿਕਲ ਕੇ ਆਈ ਹੈ, ਉਹ ਇਹੋ ਹੀ ਆਈ ਹੈ ਕਿ ਨਵਜੋਤ ਸਿੱਧੂ ਦੀ ਊਰਜਾ ਨੂੰ ਕਾਂਗਰਸ ਵਾਸਤੇ ਵਰਤਿਆ ਜਾਵੇ। ਜੇ ਕਾਂਗਰਸ ਵਾਸਤੇ ਵਰਤਣਾ ਹੈਗਾ ਤਾਂ ਸਭ ਤੋਂ ਜਿਹੜੀ ਅਹਿਮ ਅਹੁਦਾ ਹੈਗਾ ਉਹ ਪਾਰਟੀ ਪ੍ਰਧਾਨ ਦਾ ਹੈ। ਉਹਨਾਂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ।
ਇਸ ਗੱਲ ਤੋਂ ਜਿਹੜੀ ਰਵਨੀਤ ਬਿੱਟੂ ਵਾਲਾ ਤਾਜ਼ਾ ਘਟਨਾਕ੍ਰਮ ਵਾਪਰਿਆ ਉਹਦੇ ਤੋਂ ਲੱਗਦਾ ਹੈ ਕਿ ਕਾਂਗਰਸ ਦੀ ਹਾਈ ਕਮਾਨ ਨੇ ਕੁਝ ਮਾੜਾ ਮੋਟਾ ਜਿਹੜਾ ਪਿੱਛੇ ਬਹੁਤ ਕੁਝ ਗਵਾਲਿਆ ਹੈ ਉਹਦੇ ਤੋਂ ਮਾੜਾ ਮੋਟਾ ਸਬਕ ਸਿੱਖਿਆ ਹੋਵੇ ਕਿ ਤੁਸੀਂ ਦੇਖੋ ਨਾ ਜਿਹੜੇ G23 ਨੇ ਉਹ ਇਕੱਠੇ ਹੋ ਕੇ ਕਿਸ ਤਰ੍ਹਾਂ ਹਾਈ ਕਮਾਂਡ ਦੀ ਨੁਕਤਾਚੀਨੀ ਕਰਦੇ ਨੇ, ਜਿਹਦੇ ਵਿੱਚ ਗੁਲਾਮ ਨਬੀ ਆਜ਼ਾਦ ਤੇ ਹੋਰ ਆਗੂ ਵੀ ਨੇ। ਜੇ ਕਾਂਗਰਸ ਨੇ ਆਪਣੀ ਹੋਂਦ ਬਰਕਰਾਰ ਰੱਖਣੀ ਆ ਤਾਂ ਉਹਨੂੰ ਜਿਹੜੀ ਦੂਜੀ ਕਤਾਰ ਦੀ ਲੀਡਰਸ਼ਿਪ ਹੈ ਉਹਨੂੰ ਅੱਗੇ ਲੈ ਕੇ ਆਉਣਾ ਪਵੇਗਾ। ਪੰਜਾਬ ਦੇ ਵਿੱਚ ਤੁਸੀਂ ਝਾਤੀ ਮਾਰ ਕੇ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਸਮਰੱਥਾ ਰੱਖਦਾ ਹੈ ਕਿ ਉਹ ਪਹਿਲੀ ਗੱਲ ਤਾਂ ਉਹਦੀ ਤਿੰਨੇ ਭਾਸ਼ਾਵਾਂ ਦੇ ਉੱਤੇ ਪੂਰੀ ਕਮਾਂਡ ਹੈ। ਦੂਜੀ ਚੀਜ਼ ਉਸ ਨੂੰ ਪ੍ਰੈਜੈਂਟੇਸ਼ਨ ਕਰਨੀ ਆਉਂਦੀ ਹੈ। ਚੌਥੀ ਚੀਜ਼ ਜਿਹੜੀ ਸਭ ਤੋਂ ਅਹਿਮ ਹੈ, ਅੱਜ ਤੱਕ ਉਹਨਾਂ ਦੇ ਉੱਤੇ ਦੁੰਨੇ ਜੋੜੇ ਦੇ ਉੱਤੇ ਕੋਈ ਕਰਪਸ਼ਨ ਦਾ ਚਾਰਜ ਨਹੀਂ ਲੱਗਿਆ। ਜਦੋਂ ਨਵੀਂ ਚੀਜ਼ ਨੂੰ ਲੈ ਕੇ ਆਵਾਂਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਸਾਹਮਣੇ ਉਹੋ ਜਿਹਾ ਚਿਹਰਾ ਹੀ ਲਿਆਂਦਾ ਜਾ ਸਕਦਾ ਜਿਹੜਾ ਪੂਰੇ ਤੌਰ ਤੇ ਇਮਾਨਦਾਰ ਹੋਵੇ। ਇਸ ਕਰਕੇ ਜਿਹੜੀ ਇਹ ਸਾਰੀਆਂ ਜਿੰਨਾ ਵੀ ਆਪਾਂ ਦੇਖੀਏ ਉਹ ਨਵਜੋਤ ਸਿੰਘ ਸਿੱਧੂ ਤੇ ਖਰਾ ਉਤਰਦਾ ਹੈ। ਤੇ ਜੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਹਾਈ ਕਮਾਂਡ ਪੰਜਾਬ ਦੀਆਂ ਚੋਣਾਂ ਲੜਾਉਣਾ ਚਾਹੁੰਦੀ ਹੈ ਤਾਂ ਇਸ ਦੇ ਸਾਰਥਕ ਨਤੀਜੇ ਨਿਕਲ ਸਕਦੇ ਨੇ। ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਾਈਨਸ ਨਾ ਕਰਦੇ ਹੋਏ ਬਣਾਉਣਾ ਪਵੇਗਾ ਕਿ ਅੱਗੇ ਕਿੰਨਾ ਕੁ ਸਮਾਂ ਉਹ ਉਡੀਕ ਸਕਦੇ ਨੇ। ਜੇ ਆਹ 5 ਸਾਲ ਗੁਜ਼ਰ ਗਏ, 78 ਸਾਲ ਦੇ ਕੈਪਟਨ ਅਮਰਿੰਦਰ ਸਿੰਘ ਹੋ ਗਏ, ਇਸ 22 ਤੋਂ ਬਾਅਦ ਆਪਾਂ ਖੁੰਝ ਗਏ, ਉਸ ਤੋਂ ਬਾਅਦ ਜਾ ਕੇ 83-84 ਸਾਲ ਦਾ ਹੋ ਜਾਣਾ ਹੈਗਾ। ਸੋ ਦੂਜੀ ਕਤਾਰ ਦਾ ਲੀਡਰ ਲਿਆ ਕੇ ਜਿਹੜੇ ਆਪਣਾ ਜਾਖੜ ਸਾਹਿਬ ਨੇ, ਸੁਨੀਲ ਜਾਖੜ, ਉਹਨਾਂ ਨੂੰ ਕਿਤੇ ਹੋਰ ਐਡਜਸਟ ਕੀਤਾ ਜਾ ਸਕਦਾ ਹੈ। ਜੇ ਕਾਂਗਰਸੀਆਂ ਨੇ ਵੱਖਰੀ ਵੱਖਰੀ ਟੱਪਲੀ ਵਜਾਈ ਤਾਂ 2022 ਦੇ ਵਿੱਚ ਕਾਮਯਾਬੀ ਨਹੀਂ ਮਿਲਦੀ। ਯੈਸ, ਬਿਲਕੁਲ ਠੀਕ। ਹਰਕਮਲ ਜੀ, ਜਿਹੜਾ ਇੱਕ ਸਵਾਲ ਜਸਪਾਲ ਢਿੱਲੋਂ ਜੀ ਨੇ ਲਿਆਂਦਾ ਹੈ, ਉਹ ਕਹਿੰਦੇ ਵੀ ਜੇ ਨਵਜੋਤ ਸਿੱਧੂ ਦੇ ਹੱਥ 'ਚ ਕਾਂਗਰਸ ਦੀ ਵਾਗਡੋਰ ਦਿੱਤੀ ਜਾਂਦੀ ਹੈ ਤਾਂ ਫਿਰ ਪੀਕੇ ਵਰਗੇ ਜਿਹੜੇ ਹੈਗੇ ਐਡਵਾਈਜ਼ਰ ਜਾਂ ਸਲਾਹਕਾਰਾਂ ਦੀ ਕਾਂਗਰਸ ਨੂੰ ਲੋੜ ਨਹੀਂ। ਤੁਹਾਨੂੰ ਚੇਤੇ ਹੋਏਗਾ ਨਵਜੋਤ ਸਿੱਧੂ ਨੇ ਇਦਾਂ ਦਾ ਕਮੈਂਟਸ ਵੀ ਕੀਤਾ ਸੀ ਕਿ ਸਰਕਾਰੀ ਖਜ਼ਾਨੇ ਤੋਂ ਇਦਾਂ ਦੇ ਲੋਕਾਂ ਦੀਆਂ, ਪ੍ਰਾਈਵੇਟ ਲੋਕਾਂ ਦੀਆਂ ਜੇਬਾਂ ਨਹੀਂ ਭਰੀਆਂ ਜਾਣੀਆਂ ਚਾਹੀਦੀਆਂ। ਫਿਰ ਨਵਜੋਤ ਸਿੱਧੂ ਤਾਂ ਆਪਣੀ ਨੀਤੀ ਦੇ ਮੁਤਾਬਕ ਹੀ ਚਲਾਏਗਾ ਚੋਣ ਮੁਹਿੰਮ। ਜੀ ਕਮਲ ਜੀ, ਦੇਖੋ ਗੱਲ ਇਹ ਕਿ ਬੜਾ ਸਪਸ਼ਟ ਹੈਗਾ ਕਿ ਜਿਹੜਾ ਇਹ ਲੈ ਕੇ ਆਏ ਨੇ ਸਲਾਹਕਾਰ ਬਣਾ ਕੇ ਕੈਬਨਿਟ ਰੈਂਕ ਦੇ ਕੇ, ਇਹ ਕੱਲਾ ਕੈਪਟਨ ਅਮਰਿੰਦਰ ਦਾ ਆਪਣਾ ਫੈਸਲਾ ਹੈਗਾ। ਇਹਦੇ 'ਚ ਹੋਰ ਕੋਈ ਨਾ ਕਿਸੇ ਦੀ ਸਲਾਹ ਲਈ ਗਈ, ਨਾ ਕਿਸੇ ਨੂੰ ਪੁੱਛਿਆ ਗਿਆ। ਔਰ ਉਹਦਾ ਇੱਕ ਮੰਤਵ ਸੀ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਉਹ ਫੈਸਲਾ ਲਿਆ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਇਹ ਪ੍ਰਭਾਵ ਦੇਣਾ ਚਾਹੁੰਦੇ ਸਨ ਕਿ ਅਗਲੀ ਇਲੈਕਸ਼ਨ ਨੂੰ ਮੈਂ ਲੀਡ ਕਰ ਰਿਹਾ ਔਰ ਉਹਦਾ ਪ੍ਰਬੰਧ ਮੈਂ ਕਰ ਰਿਹਾ ਔਰ ਉਹਦਾ ਕੰਪੇਨ ਜਿਹੜਾ ਹੈਗਾ ਉਹਦੇ ਲਈ ਮੈਂ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਸਿਰਫ ਉਹਦਾ ਪਰਪਸ ਇੰਨਾ ਸੀ, ਹੋਰ ਇਹ ਤੋਂ ਵੱਧ ਕੋਈ ਨਹੀਂ ਸੀ। ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਜੇ ਕੱਲ ਨੂੰ ਨਵਜੋਤ ਸਿੰਘ ਪ੍ਰਧਾਨ ਬਣ ਜਾਂਦਾ ਹੈ ਔਰ ਕੰਪੇਨ ਔਰ ਪਾਰਟੀ ਦੀ ਕਮਾਂਡ ਉਹਦੇ ਹੱਥ 'ਚ ਆ ਜਾਂਦੀ ਹੈ, ਫਿਰ ਸ਼ਾਇਦ ਜਿਹੜੇ ਇਹੋ ਜਿਹੇ ਜਿੰਨੇ ਲੋਕ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਰਹਿ ਜਾਏਗਾ, ਨਾ ਉਹਨਾਂ ਦੀ ਕੋਈ ਯੂਟਿਲਿਟੀ ਰਹਿ ਜਾਏਗੀ ਪਾਰਟੀ ਦੇ ਵਿੱਚ। ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਆਪਣੀ ਸੋਚ ਦੇ ਮਾਲਕ ਨੇ ਜੀ, ਆਪਣੀ ਉਹ ਸੋਚ ਦੇ ਮਾਲਕ ਹੈਗੇ ਨੇ ਔਰ ਉਹ ਆਪਣੀ ਸੋਚ ਦੇ ਮੁਤਾਬਕ, ਆਪਣੇ ਸਟਾਈਲ ਦੇ ਮੁਤਾਬਕ ਕੰਮ ਕਰਨਗੇ। ਜੀ ਰਾਸ਼ੇ ਜੀ, ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਬਾਰੇ ਕਈ ਵਾਰੀ ਆਉਂਦਾ ਹੈ ਕਿ ਤਕਾਜ਼ਾ ਕਹਿ ਲਓ ਜਾਂ ਆਪਣੇ ਕੰਮ ਕਰਨ ਦਾ ਢੰਗ ਤਰੀਕਾ, ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਿਕਲ ਕੇ ਗਿਆ, ਕਈ ਜਿਹੜੇ ਇੰਪੋਰਟੈਂਟ ਸੈਸ਼ਨ ਸੀਗੇ, ਸਿਟਿੰਗਸ ਜਿਹੜੀਆਂ ਸੀਗੀਆਂ, ਉਹਨਾਂ 'ਚ ਵੀ ਕੈਪਟਨ ਅਮਰਿੰਦਰ ਨੂੰ ਗੈਪ ਦੇਖਿਆ ਗਿਆ। ਜਿਹੜੀ ਟਰੂ ਦੇਖੋ, ਉਹ ਕੈਪਟਨ ਅਮਰਿੰਦਰ ਦਾ ਆਪਾਂ ਕਰੈਕਟਰ ਸਾਰੇ ਤਰ੍ਹਾਂ ਆਪਾਂ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਉਹ ਥੋੜ੍ਹਾ ਜਿਹਾ ਲੇਡ ਬੈਕ ਸਟਾਈਲ ਹੈ, ਆਗੇ ਨਹੀਂ ਆਗੇ ਨਾ ਗਈ। ਲੇਕਿਨ ਇਹਦੇ ਨਾਲ ਜਿਹੜੀ ਗੱਲ ਹੈ ਹੁਣੀ ਹਰਕਮਲ ਜੀ ਨੇ ਕੀਤੀ, ਉਹਨੂੰ ਮੈਂ ਥੋੜ੍ਹਾ ਜਿਹਾ ਅੱਗੇ ਵਧਾਉਣਾ ਚਾਹੁੰਦਾ ਹਾਂ ਜੀ। ਇਹ ਜਗਤਾਰ ਜੀ ਗੱਲ ਹੈ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਕਾਂਗਰਸ ਪਾਰਟੀ ਦੀ ਪੋਲੀਟੀਕਲ ਸਥਿਤੀ ਪੰਜਾਬ ਦੇ ਵਿੱਚ ਹੋਰਨਾਂ ਪਾਰਟੀਆਂ ਦੇ ਮੁਕਾਬਲੇ 'ਚ ਬਹੁਤ ਬਿਹਤਰ ਹੈ। ਔਰ ਲੇਕਿਨ ਇਲੈਕਸ਼ਨ ਹੀ ਹੁੰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਅਗਲਾ ਇਲੈਕਸ਼ਨ ਜਿੱਤਣ ਲਈ ਹਰ ਤਰ੍ਹਾਂ ਦਾ ਹਰਬਾ ਔਰ ਹਰ ਤਰ੍ਹਾਂ ਦਾ ਜਿਹੜਾ ਹਥਿਆਰ ਉਹ ਇਸਤੇਮਾਲ ਕਰਨਾ ਚਾਹੁੰਦੇ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਤੁਸੀਂ ਇਹ ਦੇਖੋ ਕਿ ਪਹਿਲੇ ਉਹ ਪੀਕੇ ਦੇ ਨਾਲ ਟਾਈਅਪ ਹੋਇਆ। ਦੂਜਾ ਇਹ ਹੈ ਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ, ਐਤਕੀ ਜਿਹੜਾ ਬਜਟ ਮਨਪ੍ਰੀਤ ਬਾਦਲ ਨੇ ਜਿਹੜਾ ਪੇਸ਼ ਕੀਤਾ ਨਾ ਜੀ,
ਉਹ ਮਨਪ੍ਰੀਤ ਪਾਲ ਨੇ ਖੁਦ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਇਹ ਤਾਂ ਕੈਪਟਨ ਦੀ ਟੀਮ ਨੇ ਆਪਣੇ ਆਖਰੀ ਓਵਰ ਦੇ ਵਿੱਚ ਸਿਕਸਰ ਮਾਰਿਆ ਕਿ ਪੰਜਾਬ ਦਾ ਹਰ ਵਰਗ ਜਿਹੜਾ ਹੈ ਇਹਨੇ ਉਹਨਾਂ ਨੂੰ ਖੁਸ਼ ਕੀਤਾ ਹੈ ਕਿ ਸਾਰੇ ਦੇ ਸਾਰੇ ਪ੍ਰਸੰਨ ਹੈ, ਚਾਹੇ ਉਹ 올ਡ ਏਜ ਦੀ ਪੈਨਸ਼ਨ ਨੂੰ ਡਬਲ ਕਰਤਾ, ਚਾਹੇ ਮਹਿਲਾਵਾਂ ਨੂੰ 33% ਜਿਹੜੀ ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ ਦੀ ਦਿੱਤੀ, ਉਸ ਤੋਂ ਇਲਾਵਾ ਜਿਹੜੇ ਇਹ ਹੋਰ ਜਿਹੜੇ ਇਹਦੇ ਦਾਇਰੇ ਵਧਾਏ ਗਏ ਹੈ। ਔਰ ਮੈਂ ਸਮਝਦਾ ਕਿ ਕੱਲ ਆਪਣੇ ਜਦੋਂ ਡਿਬੇਟ ਦੇ ਵਿੱਚ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਜਾਂ ਉਹਨਾਂ ਦੇ ਜਿਹੜੇ ਜਿਹੜੇ ਇਸ਼ੂ ਕਿੱਥੇ ਸੀ ਉਹਨਾਂ ਨੂੰ ਨਿਪਟਾ ਰਹੇ ਸੀ, ਤਾਂ ਉਹ ਤਾਂ ਬਾਕੀ ਐਮਐਲਏ ਨੂੰ ਪੁੱਛੋ ਕਿ ਦੱਸੋ ਵੀ ਤੁਹਾਡੇ ਹਲਕੇ 'ਚ ਕੋਈ ਕੰਮ ਹੈ ਕਿ ਦੱਸੋ ਆਪਾਂ ਹੁਣੀ ਬਜਟ ਦੇ ਵਿੱਚ ਪਾ ਲਈਏ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਬੀਕੇ, ਦੂਜੇ ਪਾਸੇ ਬਜਟ ਔਰ ਤੀਜੇ ਪਾਸੇ ਜੇ ਨਵਜੋਤ ਸਿੱਧੂ ਆ ਜਾਂਦਾ ਹੈ ਤੇ ਸੋਨੇ ਦੇ ਵਿੱਚ ਸੁਹਾਗੇ ਤੇ ਕੰਮ ਕਰੇਗਾ। ਨਵਜੋਤ ਦੀ ਕੀ ਸਟੈਂਡਿੰਗ ਹੈ, ਕੀ ਉਹਦਾ ਕੈਰਿਜ਼ਮਾ ਹੈ, ਕੀ ਉਹਦੀ ਪੁਲਿੰਗ ਪਾਵਰ ਹੈ, ਉਹ ਆਪਾਂ ਸਾਰੇ ਜਾਣਦੇ ਆ, ਇੱਥੇ ਦੌਰਾਨ ਦੀ ਲੋੜ ਨਹੀਂ। ਤਾਂ ਇਹਦੇ ਵਿੱਚ ਹੁਣ ਕੈਪਟਨ ਸਾਹਿਬ ਖੁਸ਼ ਹੋਣ ਜੇ ਹੁਣ ਗੱਲ ਹੈ ਨਾ ਕਿ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ, ਜੇ ਆਪਾਂ ਇਲੈਕਸ਼ਨ ਜਿੱਤਣਾ ਹੈ ਤਾਂ ਪੂਰੇ ਜ਼ੋਰੋ ਸ਼ੋਰ ਦੇ ਨਾਲ ਲੜਨਾ ਪੈਣਾ ਹੈ ਕਿਉਂਕਿ ਇਲੈਕਸ਼ਨ ਵਿੱਚ ਪਤਾ ਗੱਡੀ ਕਿੱਥੋਂ ਨੂੰ ਤੁਰ ਪੈਂਦੀ ਹੁੰਦੀ ਹੈ। ਯੈਸ ਸਰ, ਥੈਂਕ ਯੂ ਸਰ, ਮਿਹਰਬਾਨੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਪੰਜਾਬ ਨਾਲ ਹੀ ਜੁੜੇ ਅਹਿਮ ਰਾਜਸੀ ਮੁੱਦੇ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਹਰਕਮਲ ਜੀ ਜਿਸ ਮੁੱਦੇ ਤੇ ਬ੍ਰੇਕ ਤੋਂ ਪਹਿਲਾਂ ਪ੍ਰਾਸ਼ਰ ਜੀ ਗੱਲ ਕਰ ਰਹੇ ਸੀ, ਜੇ ਆਪਾਂ ਪੰਜਾਬ ਦੇ ਪੋਲੀਟੀਕਲ ਜਿਹੜਾ ਹੈਗਾ ਸੀਨ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਪੀਕੇ ਹੈ, ਨਵਜੋਤ ਸਿੱਧੂ ਹੈ, ਕੈਪਟਨ ਅਮਰਿੰਦਰ ਦੀ ਗੱਲ ਹੈ, ਦੂਜੇ ਪਾਸੇ ਪੰਜਾਬ ਦੀਆਂ ਜਿਹੜੀਆਂ ਮੁੱਖ ਵਿਰੋਧੀ ਧਿਰਾਂ ਹੈ ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਜਿਸ ਤਰ੍ਹਾਂ ਦੀ ਟੁੱਟ ਭੱਜ ਇਹਨਾਂ ਦੋਨਾਂ ਪਾਰਟੀਆਂ 'ਚ ਇਸ ਵੇਲੇ ਹੋ ਰਹੀ ਹੈ, ਲੱਗਦਾ ਕਿ ਚੋਣਾਂ ਦੇ ਮੱਦੇਨਜ਼ਰ ਵੀ ਕਿਤੇ ਇਹਨਾਂ ਦੋਹਾਂ ਪਾਰਟੀਆਂ ਨੂੰ ਆਪਣੇ ਆਪ ਦੇ ਸਿਸਟਮ ਤੇ ਕਾਬੂ ਪੈਂਦਾ ਨਜ਼ਰ ਨਹੀਂ ਆ ਰਿਹਾ। ਜੀ ਕਮਲ ਜੀ। ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹਨਾਂ ਦੋਨਾਂ ਪਾਰਟੀਆਂ ਦੇ ਪੈਰ ਨਹੀਂ ਲੱਗ ਰਹੇ। ਦੇਖੋ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਉਹਨਾਂ ਦੇ ਕੋਲ ਕੋਈ ਚਿਹਰਾ ਹੀ ਨਹੀਂ ਹੈਗਾ ਪਾਰਟੀ ਦੇ ਕੋਲ ਪੰਜਾਬ ਦੇ ਵਿੱਚ ਜਿਹਨੂੰ ਉਹ ਪ੍ਰੋਜੈਕਟ ਕਰ ਸਕਣ ਕਿ ਇਹ ਬੰਦਾ ਸਾਡੀ ਪਾਰਟੀ ਨੂੰ ਲੀਡ ਕਰੇਗਾ। ਭਗਵੰਤ ਮਾਨ ਜਿਹੜਾ ਹੈ ਉਹ ਕਿਸੇ ਪਾਰਟੀ ਨੂੰ ਲੀਡ ਕਰਨ ਵਾਲਾ ਚਿਹਰਾ ਨਹੀਂ ਹੈਗਾ। ਉਹ ਇੱਕ ਚੰਗਾ, ਤੁਸੀਂ ਉਹਨੂੰ ਕਹਿ ਸਕਦੇ ਹੋ ਕਮੇਡੀਅਨ ਹੋ ਸਕਦਾ ਹੈ, ਸਟੇਜਾਂ ਦੇ ਉੱਤੇ ਜਾ ਕੇ ਭਾਸ਼ਣ ਕਰ ਸਕਦਾ ਪਾਰਟੀ ਲਈ, ਲੇਕਿਨ ਜੇ ਤੁਸੀਂ ਕਹੋ ਕਿ ਉਹਦਾ ਸੂਬੇ ਦੇ ਵਿੱਚ ਚੋਣਾਂ ਲਈ ਕਦੀ ਅਸਰ ਪੈ ਸਕਦਾ ਹੈ, ਉਹ ਕੋਈ ਲੋਕਾਂ ਨੂੰ ਇਨਸਪਾਇਰ ਕਰ ਸਕਦਾ, ਉਹੋ ਜਿਹੀ ਗੱਲ ਕੋਈ ਨਹੀਂ ਹੈਗੀ। ਦੂਸਰੀ ਗੱਲ ਜਿਹੜੀ ਹੈ ਕਿ ਆਮ ਆਦਮੀ ਪਾਰਟੀ 'ਚ ਹੁਣੇ ਚਰਚਾ ਸ਼ੁਰੂ ਹੋ ਗਿਆ ਹੈ ਕਿ ਉਹਨਾਂ ਤੇ ਜਿਹੜਾ ਭਈਆ ਕੰਟਰੋਲ ਸੀ, ਬਾਹਰੀ ਕੰਟਰੋਲ ਸੀ ਜਿਹੜਾ ਸੂਬੇ ਤੋਂ ਬਾਹਰ ਦਾ, ਉਹ ਅੱਜ ਵੀ ਕਾਇਮ ਹੈਗਾ। ਉਹ ਪਾਰਟੀ ਨੂੰ ਬਾਹਰੋਂ ਚਲਾਉਣ ਦੀ ਰਿਮੋਟ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਲ ਜਿਹੜੇ ਬੰਦੇ ਨੇ ਉਹਨਾਂ ਦੀ ਕੋਈ ਸੇ ਨਹੀਂ ਹੈਗੀ, ਜਿਹੜੇ ਉਹਨਾਂ ਦੇ ਵਿਧਾਨਕਾਰ ਨੇ ਜਾਂ ਲੀਡਰ ਨੇ, ਔਰ ਉਹਨਾਂ ਦੇ ਕੋਲ ਕੋਈ ਇਹੋ ਜਿਹਾ ਤੁਸੀਂ ਕਹਿ ਸਕਦੇ ਹੋ ਤਜਰਬੇਕਾਰ ਜਾਂ ਕਾਬਲ ਸੂਬੇ 'ਚ ਵਿਧਾਨਕਾਰਾਂ ਚੋਂ ਜਾਂ ਬਾਕੀਆਂ ਚੋਂ ਕੋਈ ਇਹੋ ਜਿਹਾ ਲੀਡਰ ਵੀ ਨਹੀਂ ਹੈਗਾ ਜਿਹੜਾ ਆਪਣੇ ਆਪ ਨੂੰ ਇਹ ਕਹਿ ਸਕੇ ਕਿ ਮੈਂ ਪਾਰਟੀ ਦੀ ਅਗਵਾਈ ਕਰਾਂਗਾ। ਕਮਰ ਸੰਧੂ ਉਹਨਾਂ 'ਚ ਇੱਕ ਸਿਆਣਾ ਸੀ, ਉਹ ਦੌੜ ਗਿਆ, ਅਲੱਗ ਹੋ ਗਿਆ, ਬਾਗੀ ਹੋ ਗਿਆ। ਸੁਖਪਾਲ ਖਹਿਰਾ ਸੀ, ਉਹ ਬਾਗੀ ਹੋ ਗਿਆ। ਜਿਹੜੇ ਦੋ ਚਾਰ ਲੋਕਲ ਬੰਦੇ ਸਿਆਣੇ ਸੀ ਉਹ ਬਾਗੀ ਹੋ ਗਏ ਪਾਰਟੀ ਤੋਂ। ਉਹਨਾਂ ਦੇ ਜਿਹੜੇ ਤੌਰ ਤਰੀਕੇ ਸੀ ਪਾਰਟੀ ਦੇ ਕੰਮ ਕਰਨ ਦੇ, ਉਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕੇ। ਦੂਸਰੇ ਪਾਸੇ ਜਿਹੜਾ ਅਕਾਲੀ ਦਲ ਹੈਗਾ, ਸੇਮ ਪ੍ਰੋਬਲਮ ਹੁਣ ਅਕਾਲੀ ਦਲ 'ਚ ਆਉਣੀ ਸ਼ੁਰੂ ਹੋ ਗਈ ਹੈ ਕਿ ਅਕਾਲੀ ਦਲ ਦੇ ਵਿੱਚ ਵੀ ਇੱਕ ਬਹੁਤ ਵੱਡੀ ਵਿਰੋਧਤਾ, ਜਿਵੇਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਾਂ ਸਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤੀ ਸੀ, ਉਹਦੇ ਤੋਂ ਬਾਅਦ ਹੁਣ ਇੱਕ ਨਵੀਂ ਵਿਰੋਧਤਾ ਹੋਰ ਸ਼ੁਰੂ ਹੋ ਗਈ ਹੈ। ਜੋ ਨਜ਼ਰ ਆ ਰਿਹਾ ਹੈ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ, ਜਿਹੜੇ ਕਿ ਉਹਨਾਂ ਦੇ ਆਪਣੇ ਜੀਜਾ ਜੀ ਨੇ, ਰਿਸ਼ਤੇਦਾਰ ਨੇ ਕਲੋਜ਼, ਉਹ ਵੀ ਐਸੇ ਪਾਰਟੀ ਤੋਂ ਜਾਂ ਇਹਨਾਂ ਦੀ ਵਰਕਿੰਗ ਤੋਂ ਬਹੁਤੇ ਖੁਸ਼ ਨਹੀਂ ਨਜ਼ਰ ਆ ਰਹੇ, ਸੁਖਬੀਰ ਤੋਂ ਜਾਂ ਉਹਨਾਂ ਦੀ ਟੀਮ ਤੋਂ। ਔਰ ਲੱਗ ਇਹ ਰਿਹਾ ਹੈ ਕਿ ਜਿਵੇਂ ਉਹਨਾਂ ਨੇ ਵੀ ਇੱਕ ਕਿਸਮ ਦਾ ਬਗਾਵਤ ਕਰਨ ਦਾ ਮੂਡ ਬਣਾ ਲਿਆ ਹੈ। ਔਰ ਤੁਸੀਂ ਦੇਖੋ ਮਾਝਾ ਇੱਕ ਟਾਈਮ ਤੇ ਗੜ ਹੁੰਦਾ ਸੀ ਅਕਾਲੀਆਂ ਦਾ। ਪਹਿਲਾਂ ਬ੍ਰਹਮਪੁਰਾ ਨੇ ਬਹੁਤ ਵੱਡਾ ਨੁਕਸਾਨ ਪਹੁੰਚਾਤਾ ਉਹਨਾਂ ਨੂੰ ਉੱਥੇ ਜਾ ਕੇ। ਅੱਛਾ, ਉਹਦੇ ਤੋਂ ਬਾਅਦ ਸੇਖਵਾ ਭੱਜ ਗਿਆ, ਹੋਰ ਬਹੁਤ ਸਾਰੇ ਲੋਕ ਭੱਜ ਗਏ ਛੱਡ ਕੇ ਉਹਨਾਂ ਨੂੰ। ਹੁਣ ਅੱਜ ਦੀ ਡੇਟ 'ਚ ਜੇ ਆਦੇਸ਼ ਪ੍ਰਤਾਪ ਵੀ ਉਹਨਾਂ ਨੂੰ ਛੱਡ ਕੇ ਉੱਥੋਂ ਚਲਾ ਜਾਂਦਾ ਹੈ ਤਾਂ ਉਹ ਉਹਨਾਂ ਲਈ ਇੱਕ ਬਹੁਤ ਔਖੀ ਘੜੀ ਹੋਏਗੀ। ਮਾਝੇ 'ਚ ਉਹਨਾਂ ਲਈ ਉਸ ਤੋਂ ਬਾਅਦ ਪੈਰ ਲਗਾਉਣੇ ਬਹੁਤ ਮੁਸ਼ਕਲ ਹੋ ਜਾਣਗੇ, ਕਿਉਂਕਿ ਆਦੇਸ਼ ਪ੍ਰਤਾਪ ਆਪਣੀ ਸੀਟ ਭਾਵੇਂ ਨਹੀਂ ਜਿੱਤ ਸਕਿਆ ਐਤਕੀ, ਉਹ ਮਹਿਸੂਸ ਕਰਦਾ ਕਿ ਉਹਨੂੰ ਜਾਣਬੁੱਝ ਕੇ ਕੁਝ ਅਕਾਲੀਆਂ ਨੇ ਹਰਾਇਆ ਹੈਗਾ। ਅਗਲੀ ਇਲੈਕਸ਼ਨ 'ਚ ਉਹ ਬਹੁਤ ਸਾਰੇ ਅਕਾਲੀਆਂ ਨੂੰ ਹਰਾਉਣ ਦੀ ਕੋਸ਼ਿਸ਼ ਵੀ ਕਰ ਸਕਦਾ ਹੈ ਔਰ ਉਹ ਜਵਾਬੀ ਕਾਰਵਾਈ ਅਕਾਲੀ ਦਲ ਦਾ ਨੁਕਸਾਨ ਕਰ ਸਕਦਾ ਹੈ। ਇਹ
ਸੋ ਮੇਰਾ ਆਪਣਾ ਜੋ ਮੇਰੀ ਸੋਚ ਹੈਗੀ ਹੈ ਕਿ ਅਕਾਲੀ ਦਲ ਵੀ ਉਹੋ ਜਿਹੀ ਇੱਕ ਪੰਬਲ ਪੂਸੇ 'ਚ ਪਿਆ ਹੋਇਆ ਹੈ, ਉਸੇ ਘੁੰਮਣ ਘੇਰੀ 'ਚ ਫਸਿਆ ਹੋਇਆ ਹੈ। ਨਾ ਤੇ ਅਕਾਲੀ ਦਲ ਕੋਈ ਨਵੀਂ ਲੀਡਰਸ਼ਿਪ ਉਭਾਰ ਸਕਿਆ, ਨਾ ਪਾਰਟੀ ਨੂੰ ਇਕਜੁੱਟ ਕਰ ਸਕਿਆ, ਔਰ ਨਾ ਹੀ ਅੱਜ ਦੀ ਡੇਟ 'ਚ ਇਹ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ 'ਚ ਕੋਈ ਇਲੈਕਸ਼ਨ ਲੜਨ ਲਈ ਕੋਈ ਨਵਾਂ ਜੋਸ਼ ਖਰੋਸ਼ ਕੋਈ ਸਾਹਮਣੇ ਦਿਸ ਰਿਹਾ ਹੈਗਾ, ਜਾਂ ਉਹ ਜਿੰਨੇ ਹਲਕੇ ਲੜਨਾ ਚਾਹੁੰਦੇ ਨੇ। ਮਤਲਬ ਅਕਾਲੀਆਂ ਦੀ ਅੱਜ ਦੀ ਪ੍ਰੋਬਲਮ ਤੇ ਇਹ ਨਜ਼ਰ ਆ ਰਹੀ ਹੈ ਕਿ ਉਹਨਾਂ ਦੇ ਕੋਲ ਜਿਹੜੇ 70 80 90 ਹਲਕੇ ਨੇ, ਉਹਨਾਂ ਲਈ ਉਹਨਾਂ ਕੋਲ ਕੈਂਡੀਡੇਟ ਹੀ ਨਹੀਂ ਹੈਗੇ। ਉਹ ਇਹ ਨਹੀਂ ਨਜ਼ਰ ਆ ਰਿਹਾ ਕਿ ਉਹਨਾਂ ਕੋਲ ਕੈਂਡੀਡੇਟ ਵੀ ਹੈ ਨੇ ਕਿ ਨਹੀਂ। ਕਮਲ ਜੀ, ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੀ ਆਪਣੀ ਸਥਿਤੀ ਇਹੋ ਜਿਹੀ ਬਣੀ ਹੈ ਕਿ ਪਾਰਟੀ ਦੇ ਅੰਦਰ ਹੀ ਜਿਹੜੀਆਂ ਹੁਣ ਨਵੇਂ ਸਿਰੇ ਤੋਂ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜੀ ਦੇਖੋ, ਗੱਲ ਇਹ ਵੇ ਕਿ ਅਕਾਲੀ ਦਲ ਦੇ ਜਿਹੜੇ ਅੰਦਰੋਂ ਬਾਗੀ ਸੁਰਾਂ ਉੱਠ ਰਹੀਆਂ ਹੈ ਔਰ ਜਿਹੜੀ ਬਗਾਵਤ ਉੱਠ ਰਹੀ ਹੈ, ਅਕਾਲੀ ਦਲ ਅਜੇ ਤੱਕ ਉਹਦੇ ਚੋਂ ਨਿਕਲ ਨਹੀਂ ਸਕਿਆ। ਜਿਸ ਤਰ੍ਹਾਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਬ੍ਰਹਮਪੁਰਾ ਔਰ ਹੋਰ ਬਹੁਤ ਸਾਰੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਭੱਜ ਗਏ, ਅਜੇ ਉਸ ਗੱਲ ਚੋਂ ਨਹੀਂ ਨਿਕਲੇ ਸੀ ਕਿ ਹੁਣ ਦੁਬਾਰਾ ਅਕਾਲੀ ਦਲ ਨੂੰ ਇੱਕ ਨਵੀਂ ਬਹੁਤ ਵੱਡੀ ਚੁਣੌਤੀ ਪੈਦਾ ਹੋ ਗਈ ਹੈ ਸਰਦਾਰ ਆਦੇਸ਼ ਪ੍ਰਤਾਪ ਸਿੰਘ ਤੋਂ, ਜਿਹੜੀ ਕਿ ਉਹਨਾਂ ਲਈ ਬੜੀ ਐਮਬੈਰਸਿੰਗ ਹੋ ਸਕਦੀ ਹੈ। ਉਹਨਾਂ ਦੇ ਬੜੇ ਕਲੋਜ਼ ਰਿਲੇਟਿਵ ਨੇ, ਰਿਸ਼ਤੇਦਾਰ ਨੇ, ਉਹਨਾਂ ਦੇ ਜੀਜਾ ਜੀ ਨੇ ਸੁਖਬੀਰ ਦੇ। ਸੋ ਮੇਰੇ ਖਿਆਲ ਦੇ ਵਿੱਚ ਅਕਾਲੀ ਦਲ ਲਈ ਇਹ ਬੜੀ ਮੁਸ਼ਕਲ ਦੀ ਘੜੀ ਹੈਗੀ ਹੈ। ਉਹਨਾਂ ਨੂੰ ਆਪਣੇ ਆਪ ਨੂੰ ਸਟ੍ਰੀਮਲਾਈਨ, ਪਾਰਟੀ ਨੂੰ ਸਟ੍ਰੀਮਲਾਈਨ ਕਰਨਾ ਪਏਗਾ, ਪਾਰਟੀ ਨੂੰ ਉਤਸ਼ਾਹ ਦੇਣਾ ਪਏਗਾ। ਜੇ ਇਹੋ ਜਿਹੇ ਹਾਲਾਤ ਚੱਲਦੇ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਕੈਂਡੀਡੇਟਸ ਦੇ ਵਿੱਚ ਕੋਈ ਉਤਸ਼ਾਹ ਆ ਸਕੇਗਾ। ਔਰ ਜੋ ਅੱਜ ਨਜ਼ਰ ਆ ਰਿਹਾ ਕਿ ਅਕਾਲੀ ਦਲ ਦੇ ਕੋਲ 30-35 ਤੋਂ ਵੱਧ ਚੰਗੇ ਕੈਂਡੀਡੇਟ ਨਹੀਂ ਜਿਹੜੇ ਇਲੈਕਸ਼ਨ ਲੜ ਸਕਦੇ ਹੋਣ, ਅਕਾਲੀ ਦਲ ਕਿਵੇਂ ਅਸੀਂ ਕਹਿੰਦੇ ਹਾਂ ਜੀ 80-90 ਸੀਟਾਂ ਦੇ ਕੈਂਡੀਡੇਟ ਖੜੇ ਕਰੇਗਾ, ਕਿੱਥੋਂ ਕਰੇਗਾ? ਉਹਨਾਂ ਕੋਲ ਬੰਦੇ ਹੀ ਨਹੀਂ ਹੈਗੇ ਚੰਗੇ ਖੜੇ ਕਰਨ ਨੂੰ। ਸੋ ਮੈਨੂੰ ਜੋ ਗੱਲ ਨਜ਼ਰ ਆ ਰਹੀ ਹੈ ਕਿ ਅਕਾਲੀ ਦਲ ਅਜੇ ਅੱਜ ਦੀ ਡੇਟ 'ਚ ਇਹ ਨਹੀਂ ਸਾਬਤ ਕਰ ਸਕਦਾ ਕਿ ਉਹ ਇੱਕ ਆਲਟਰਨੇਟਿਵ ਹੈਗੇ ਨੇ ਕਾਂਗਰਸ ਦਾ, ਜਾਂ ਉਹ ਕਾਂਗਰਸ ਨੂੰ ਟੱਕਰ ਦੇ ਸਕਦੇ ਨੇ। ਓਕੇ, ਬਦਲ ਨਹੀਂ ਬਣ ਸਕਦਾ। ਪ੍ਰਾਸ਼ਾ ਜੀ, ਬਹੁਤ ਵੱਡਾ ਸਵਾਲ ਹਰਕਮਲ ਜੀ ਨੇ ਇਸ ਇਸ਼ੂ ਤੇ ਲਿਆ ਕੇ ਖੜਾ ਕੀਤਾ। ਜਦੋਂ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰਦੇ, ਜਿੱਦਾਂ ਕਾਂਗਰਸ ਦੇ ਮੁੱਦੇ ਤੇ ਚਰਚਾ ਕੀਤੀ ਹੈ, ਆਪ ਅਤੇ ਅਕਾਲੀ ਦਲ ਦੀ ਜਦੋਂ ਗੱਲ ਕਰਦੇ ਹਾਂ ਤਾਂ ਦੋਨੇ ਪਾਰਟੀਆਂ ਦੇ ਅੰਦਰ ਜਿਸ ਤਰ੍ਹਾਂ ਦਾ ਬਿਖੇੜਾ ਬਣਿਆ ਹੋਇਆ ਹੈ, ਉਹਦੇ ਨਾਲ ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਆ ਕਿ ਸੱਤਾ ਵਾਲੀ ਦਿੱਲੀ ਅਜੇ ਦੂਰ ਨਜ਼ਰ ਆ ਰਹੀ ਹੈ ਦੋਨੇ ਧਿਰਾਂ ਨੂੰ। ਜਗਤਾਰ ਜੀ, ਇਹ ਹਰਕਮਲ ਜੀ ਨੇ ਜੋ ਗੱਲ ਕਹੀ ਹੈ ਬਿਲਕੁਲ ਸਹੀ ਹੈਗੀ ਹੈ ਕਿ ਅਕਾਲੀ ਦਲ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ 10 ਸਾਲ ਰਾਜ ਕੀਤਾ ਹੋਵੇ, ਉਹ ਬੇਰੋਕ ਟੋਕ ਕੀਤਾ ਹੋਵੇ, ਨਿਰਧੜਕ ਕੀਤਾ ਹੋਵੇ, ਉਹ ਹੁਣ ਅਕਾਲੀ ਦਲ ਉਸ ਵੇਲੇ ਦੀ ਹਲਕੀ ਜੀ ਪੇਲ ਕਾਪੀ ਰਹਿ ਗਿਆ। ਪਾਰਟੀ ਦੇ ਅੰਦਰ ਜਿਹੜੇ ਹੈ ਬਾਗੀ ਸੁਰ ਹੈ, ਕਈ ਪਾਰਟੀ ਦੇ ਜਿਹੜੇ ਵੈਟਰਨ ਦੇ ਲੀਡਰ ਉਹ ਛੱਡ ਕੇ ਚਲੇ ਗਏ। ਹੁਣ ਜਿਹੜਾ ਇਹਦਾ ਲੇਟੈਸਟ ਚੈਲੰਜ ਹੈ ਨਾ, ਮੈਂ ਸਮਝਦਾ ਹਾਂ ਕਿ ਆਦੇਸ਼ ਪ੍ਰਤਾਪ ਵੱਲੋਂ ਉਹ ਬੜਾ ਸੀਰੀਅਸ ਚੈਲੰਜ ਹੈ। ਦੇਖੋ, ਆਦੇਸ਼ ਪ੍ਰਤਾਪ ਇੱਕ ਤਾਂ ਸੁਖਬੀਰ ਬਾਦਲ ਦਾ ਬ੍ਰਦਰ ਇਨ ਲਾਅ ਹੈ, ਦੂਜੇ ਪਾਸੇ ਇਹ ਹੈ ਕਿ ਉਹ ਹੁਣ ਇਹ ਡਿਮਾਂਡ ਕਰ ਰਿਹਾ ਹੈ ਕਿ ਮੈਨੂੰ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਸੀਟਾਂ ਹੈ ਉਹ ਮੈਂ ਦਊਂਗਾ, ਉਹਦੀਆਂ ਟਿਕਟਾਂ ਤੁਸੀਂ ਨਹੀਂ ਦੇਣੀਆਂ। ਤੀਜੀ ਗੱਲ ਇਹ ਹੈ ਕਿ ਆਦੇਸ਼ ਪ੍ਰਤਾਪ ਕੈਰੋਂ ਦੀ ਇਹ ਹਿਸਟਰੀ ਹੀ ਰਹੀ ਹੈ ਕਿ ਬਾਦਲ ਪਰਿਵਾਰ ਦੇ ਵਿੱਚ ਹਮੇਸ਼ਾ ਉਹਨਾਂ ਨੇ ਇਹ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ ਡੰਡਾ ਦੇ ਕੇ ਹੀ ਆਪਣਾ ਕੰਮ। ਤੁਹਾਨੂੰ ਯਾਦ ਹੋਣਾ ਹੈ ਕਿ ਜਿਸਲੇ ਬਾਦਲ ਸਰਕਾਰ 2007 ਵਿੱਚ ਬਣੀ ਤਾਂ ਉਸਲੇ ਘਰ ਦੇ ਵਿੱਚ ਬੜਾ ਭਾਰੀ ਪੰਗਾ ਹੋ ਗਿਆ ਸੀ ਕਿ ਮੈਂ ਕੈਬਨਿਟ 'ਚ ਆਉਣਾ। ਇਹਨਾਂ ਨੇ ਕਿਹਾ ਮੈਂ ਕੈਬਨਿਟ 'ਚ ਆਉਣਾ ਹੈ, ਔਰ ਸੁਣਨ 'ਚ ਇਹ ਵੀ ਆਇਆ ਸੀ ਕਿ ਇਹਨਾਂ ਨੇ ਵੱਡੇ ਬਾਦਲ ਨੂੰ ਕਹਿ ਦਿੱਤਾ ਸੀ ਕੈਬਨਿਟ ਦੇ ਵਿੱਚ ਵੀ ਆਉਣਾ, ਮੈਂ ਐਕਸਾਈਜ਼ ਦਾ ਮਹਿਕਮਾ ਵੀ ਲੈਣਾ, ਨਹੀਂ ਹੈ ਤਾਂ ਇਹ ਪਈਆ ਤੇਰੀ ਕੁੜੀ ਲੈ ਜਾ ਘਰ ਆਪਣੇ, ਮੈਨੂੰ ਚਾਹੀਦੀ। ਇਹ ਦੇਖੋ, ਕੈਰੋਂ ਪਰਿਵਾਰ ਹਮੇਸ਼ਾ ਹੀ ਜਿਹੜਾ ਹੈ ਉਹ ਇੰਨਾ ਹੀ ਐਗਰੈਸਿਵ ਸਟੈਂਡ ਲੈਂਦਾ ਰਿਹਾ। ਦੂਜੇ ਪਾਸੇ ਇਹ ਹੈ ਕਿ ਦੂਸਰੇ ਜ਼ਿਲ੍ਹੇ 2012 ਦੇ ਵਿੱਚ ਫਿਰ ਬਾਦਲ ਬਣੀ, ਉਸਲੇ ਵੀ ਇਹਨਾਂ ਨੇ ਆਪਣੀ ਮਰਜ਼ੀ ਦਾ ਫੂਡ ਮਹਿਕਮਾ ਲਿਆ ਔਰ ਪੂਰਾ ਆਪਣੀ ਡਿਕਟੇਟ ਕਰਕੇ ਲਿਆ। ਤਾਂ ਹੁਣ ਕਿੱਥੇ ਵੱਡਾ ਬਾਦਲ, ਕਿੱਥੇ ਛੋਟਾ ਬਾਦਲ? ਛੋਟਾ ਬਾਦਲ ਜਿਹੜਾ ਹੈ ਉਹ ਆਪਣੀ ਪਾਰਟੀ ਸਾਂਭ ਲਵੇ, ਇੰਨੇ ਬੰਦੇ ਜਿਹੜੇ ਹੁਣ ਟੁੱਟ ਜਾ ਰਹੇ ਉਹਨਾਂ ਨੇ ਗੱਲਬਾਤ ਕਰ ਲਵੇ, ਉਹੀ ਬੜੀ ਭਾਰੀ ਗੱਲ ਹੈ। ਆਈ ਡੋਂਟ ਥਿੰਕ ਕਿ ਆਦੇਸ਼ ਪ੍ਰਤਾਪ ਕੈਰੋਂ ਨੂੰ ਉਹ ਲੋਲੀਪੌਪ ਦੇ ਕੇ ਸ਼ਾਂਤ ਕਰਦੇ ਆ ਉਹਨਾਂ ਦੀ। ਅਕਾਲੀ ਦਲ ਕਮਜ਼ੋਰ ਹੈ ਇੱਕ ਪਾਸੇ, ਤਾਂ ਪਾਰਟੀ ਜਿਹੜੀ ਪਹਿਲੇ ਤੋਂ ਕਿਤੇ ਕਮਜ਼ੋਰ ਹੋ ਗਈ, ਉਹ ਛੱਡਤਾ। ਤੀਜੇ ਪਾਸੇ ਇਹ ਹੈ ਕਿ ਜਿੰਨੀਆਂ ਲਈ ਸਾਰੇ
खड़े कर सकेंगे अपने कैंडिडेट के नहीं, मैंने लगता नहीं करेंगे। तो इन हालात थैंक यू वैसे जी। एक्सपैक्ट के वो कोई सीरियस जी चैलेंज सर। कर सकते हैं, वो ओनली पॉसिबल नहीं हो सकना। ਥੈਂਕ ਯੂ ਸਰ, ਤੁਹਾਡਾ ਵਿਊ ਪੁਆਇੰਟ ਆ ਗਿਆ। ਜਸਪਾਲ ਜੀ, ਆਪਾਂ ਹੋਰ ਮੁੱਦੇ ਜੀ। ਤੇ ਆਉਣ ਤੋਂ ਪਹਿਲਾਂ ਪੰਜਾਬ ਦੀ ਜਿਹੜਾ ਰਾਜਸੀ ਇੱਥੇ- ਸੀਨ ਹੈ, ਤੁਸੀਂ ਮਾਲਵੇ ਦੇ ਖਿੱਤੇ 'ਚ ਬੈਠੇ ਹੋ, ਅਕਾਲੀ ਦਲ ਦਾ ਬਹੁਤ ਵੱਡਾ ਆਧਾਰ ਹੈ। ਜੇ ਆਪਾਂ ਆਪ ਦੀ ਗੱਲ ਕਰੀਏ ਤਾਂ ਆਪ ਦਾ ਆਧਾਰ ਵੀ ਮਾਲਵੇ ਦਾ ਖਿੱਤਾ ਹੀ ਰਿਹਾ, ਪਰ ਦੋਨੇ ਧਿਰਾਂ ਹੀ ਸਾਡੇ ਜਿੱਦਾਂ ਬਾਕੀ ਦੇ ਸੀਨੀਅਰ ਜਰਨਲਿਸਟਾਂ ਨੇ ਰਾਏ ਦਿੱਤੀ ਹੈ ਕਿ ਅੰਦਰੋਂ ਅੰਦਰੀ ਲੜ ਹੋਈਆਂ। ਤੁਸੀਂ ਕਿਵੇਂ ਦੇਖਦੇ ਹੋ ਜਦੋਂ ਕਿ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਆ ਰਹੀਆਂ? ਮੈਂ ਇਸ ਚੀਜ਼ ਨੂੰ 2007 ਤੋਂ ਸ਼ੁਰੂ ਕਰਾਂਗਾ। 2007 ਦੇ ਵਿੱਚ ਮਾਲਵਾ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਕਿ ਤੁਸੀਂ ਕਰੋ, ਮਾਝਾ ਦੁਆਬਾ ਅਸੀਂ ਦੇਖਾਂਗੇ। ਮਾਲਵੇ ਦੀਆਂ 66 ਸੀਟਾਂ ਨੇ ਔਰ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ 39 ਸੀਟਾਂ ਜਿੱਤੀਆਂ, ਜਿਹੜਾ ਅਕਾਲੀ ਦਲ ਦਾ ਗੜ੍ਹ ਸਮਝਿਆ ਜਾਂਦਾ ਸੀ। ਉਸ ਤੋਂ ਬਾਅਦ 2012 ਦੀ ਚੋਣ ਆਈ, ਉਹ ਜਿਹੜੀਆਂ 39 ਸੀਟਾਂ ਸੀਗੀਆਂ ਕਾਂਗਰਸ ਨੇ ਜਿੱਤੀਆਂ, ਉਹ ਫਿਰ ਰਿਪੀਟ ਕੀਤੀਆਂ ਦੂਜੀ ਵਾਰ। ਅਕਾਲੀ ਦਲ ਉੱਥੇ ਕੰਮ ਨਾ ਬਣ ਸਕਿਆ। ਅਕਾਲੀ ਦਲ ਜੇ ਜਿੱਤਿਆ 2012 ਦੇ ਵਿੱਚ ਤਾਂ ਉਹ ਸਿਰਫ ਤੇ ਸਿਰਫ ਮਾਝਾ ਤੇ ਦੁਆਬੇ ਕਰਕੇ ਜਿੱਤਿਆ। ਅੱਜ ਤੱਕ ਵੀ 2017 ਦੀ ਜਿਹੜੀ ਚੋਣ ਆਈ ਉਹਦੇ ਵਿੱਚ ਵੀ ਅਕਾਲੀ ਦਲ ਨੂੰ ਮਾਲਵੇ ਦੇ ਵਿੱਚੋਂ ਕੁਝ ਕੱਖ ਨਹੀਂ ਮਿਲਿਆ। ਭਾਵੇਂ ਉਹਨਾਂ ਨੇ ਉਸ ਵੇਲੇ ਜਿਹੜਾ ਸੌਦਾ ਸਾਧ ਸੀ, ਜਿਹੜਾ ਸੌਦਾ ਪਹਿਲਾਂ 2007 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮਾਰਿਆ, ਉਦੋਂ ਬਾਅਦ ਉਸੇ ਸੌਦੇ ਨੂੰ ਮਾਰਨ ਦੀ ਖਾਤਰ ਸੁਖਵੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਪੂਰਾ ਟਿੱਲ ਲਾਇਆ। ਲੇਕਿਨ ਕਹਿੰਦੇ ਹੁੰਦੇ ਆ ਕਿ ਜਦੋਂ ਇੱਕ ਵਾਰੀ ਵਕਤ ਖੁੰਝ ਜਾਵੇ ਦੁਬਾਰਾ ਬੰਦਾ ਵਕਤ ਉਸ ਗੱਲ ਤੇ ਚੜ੍ਹਦਾ ਨਹੀਂ ਹੁੰਦਾ। ਤਾਂ ਮਾਲਵਾ ਅਕਾਲੀ ਦਲ ਨੂੰ ਬਿਲਕੁਲ, ਔਰ ਜਿੰਨੀਆਂ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲੀਆਂ, ਤੁਸੀਂ ਦਿੜਵੇ ਤੋਂ ਸ਼ੁਰੂ ਕਰ ਲਓ, ਦਿੜਵਾ, ਸੁਨਾਮ, ਅੱਗੇ ਬੁਢਲਾਡਾ, ਮਾਨਸਾ, ਦੂਜਾ ਜੋ ਤੁਸੀਂ ਬਠਿੰਡਾ ਦਿਹਾਤੀ, ਬਰਨਾਲੇ ਦੀਆਂ 3 ਸੀਟਾਂ, ਆਪਣਾ ਜਿੰਨੀਆਂ ਇਹ ਸੀਟਾਂ ਆਈਆਂ, ਭਾਵੇਂ ਮੌੜ ਮੰਡੀ ਸੀ, ਇਹ ਸਾਰੇ ਦੀਆਂ ਸਾਰੀਆਂ ਮਾਲਵਾ ਖਿੱਤੇ ਦੇ ਵਿੱਚੋਂ ਆਈਆਂ ਆਮ ਆਦਮੀ ਪਾਰਟੀ ਨੂੰ। ਇਸ ਕਰਕੇ ਆਈਆਂ ਕਿਉਂਕਿ ਅਕਾਲੀ ਦਲ ਉੱਥੇ ਕਮਜ਼ੋਰ ਹੋ ਕੇ ਵਿਚਰਿਆ। ਹੁਣ ਜਦੋਂ ਇਸ ਵੇਲੇ ਮਾਝੇ ਦਾ ਆਪਾਂ ਸੀਨ ਦੇਖਦੇ ਹਾਂ, 28 ਸੀਟਾਂ ਨੇ ਮਾਝੇ ਦੀਆਂ, ਉਹਨਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿ ਪਹਿਲਾਂ ਜਿਵੇਂ ਹਰਕਮਲ ਜੀ ਨੇ, ਪ੍ਰਾਸ਼ਰ ਜੀ ਨੇ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਇਹ ਕੱਲਾ ਇਸ ਕਰਕੇ ਨਹੀਂ ਆਇਆ। ਜਦੋਂ ਪਹਿਲੀ ਵਾਰ ਭਗਵੰਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਸਪੀਚ ਦਿੱਤੀ, ਬੀਬੀ ਹਰਸਿਮਰਤ ਕੌਰ ਬਾਦਲ ਉੱਠ ਕੇ ਬੋਲਣ ਲੱਗੀ, ਉਹਨਾਂ ਨੇ ਕਿਹਾ ਕਿ ਬੀਬੀ ਜੀ, ਮੈਂ ਸਭ ਤੋਂ ਵੱਧ ਵੋਟਾਂ ਤੇ ਜਿੱਤ ਕੇ ਆਇਆ ਹਾਂ, ਤੁਸੀਂ ਤਾਂ ਬਾਦਲ, ਤੁਹਾਡੀ ਤਾਂ ਸਿਰਫ ਇਹ ਹੈ ਕਿ ਤੂੰ ਬਾਦਲ ਪਰਿਵਾਰ ਦੀ ਨੂੰਹ ਹੈ। ਜੇ ਮੰਤਰੀਸ਼ਿਪ ਦੇਣੀ ਹੁੰਦੀ ਤਾਂ 3 ਵਾਰੀਆਂ ਦਾ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਇੱਥੇ ਬੈਠਾ ਹੈ। ਤੇ ਜੇ ਸਭ ਤੋਂ ਸੀਨੀਅਰ ਦੇਖਣਾ ਆਪਣੇ ਸਹੁਰੇ ਬਰਾਬਰ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਸਾਹਮਣੇ ਬੈਠੇ ਨੇ। ਤਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਅੱਖਾਂ ਦੇ ਵਿੱਚੋਂ ਟਕੈਤ ਹੋਰਾਂ ਵਾਂਗੂ, ਮੋਦੀ ਵਾਂਗੂ ਨਹੀਂ, ਟਕੈਤ ਹੋਰਾਂ ਵਾਂਗੂ ਆਂਸੂ ਵਗੇ ਸੀ, ਉਸ ਵੇਲੇ ਹੰਝੂ ਵਗੇ ਸੀਗੇ। ਸੋ ਜੇ ਅੱਜ ਮਾਲਵੇ ਦੇ ਵਿੱਚ ਦੁਬਾਰਾ ਪੈਰ ਅਕਾਲੀ ਦਲ ਦੇ ਨਹੀਂ ਲੱਗੇ, ਮਾਝੇ ਦੇ ਵਿੱਚੋਂ ਜੇ ਇਹ ਆਦੇਸ਼ ਪ੍ਰਤਾਪ ਸਿੰਘ, ਮੈਨੂੰ 15-20 ਦਿਨ ਤੋਂ ਪਤਾ ਹੈਗਾ ਕਿ ਆਦੇਸ਼ ਪ੍ਰਤਾਪ ਸਿੰਘ ਦੀਆਂ ਦਿੱਲੀ ਮੀਟਿੰਗਾਂ ਹੋ ਰਹੀਆਂ ਨੇ। ਮੇਰੇ ਸੂਤਰਾਂ ਨੇ ਇਹ ਜਾਣਕਾਰੀ ਮੈਨੂੰ ਦਿੱਤੀ ਸੀ, ਪਰ ਗੱਲ ਕਨਫਰਮ ਨਹੀਂ ਹੋਈ, ਮੈਂ ਇਹ ਖਬਰ ਤੋਂ ਰੁਕ ਗਿਆ। ਤਾਂ ਜੇ ਮਾਝਾ ਉਹਨਾਂ ਤੋਂ ਚਲਿਆ ਗਿਆ, ਮਾਲਵਾ ਪਹਿਲਾਂ ਉਹਨਾਂ ਕੋਲ ਨਹੀਂ ਹੈ, ਤਾਂ ਸੁਖਵੀਰ ਸਿੰਘ ਬਾਦਲ ਕਿਹੜੇ ਅਲਾਦੀਨ ਦਾ ਚਿਰਾਗ ਲੈ ਕੇ ਆਉਣਗੇ ਜਿਹਦੇ ਨਾਲ ਉਹ ਪੰਜਾਬ ਦੇ ਵਿੱਚ ਸੱਤਾ ਤਬਦੀਲੀ ਕਰ ਸਕਦੇ ਹੋਣ। ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਦੇਖੋ ਕਿਸੇ ਵੇਲੇ 4 ਸੀਟਾਂ ਜਿੱਤੀਆਂ। ਜਿਹੜੀ ਗੱਲ ਪ੍ਰਾਸ਼ਰ ਜੀ ਨੇ ਕਹੀ ਜਾਂ ਹਰਕਮਲ ਜੀ ਨੇ ਕਹੀ ਕਿ ਉਹ ਬਾਹਰੀ ਆਗੂਆਂ ਤੇ ਨਿਰਭਰ ਸੀ, ਅੱਜ ਵੀ ਉਹਨਾਂ ਤੇ ਹੀ ਨਿਰਭਰ ਨੇ। ਉਹਦਾ ਤਰੀਕਾ ਤੁਸੀਂ ਦੇਖੋ ਕਿ ਪਹਿਲਾਂ ਇਹਨਾਂ ਨੂੰ 14 ਦੇ ਵਿੱਚ 4 ਸੀਟਾਂ ਆਈਆਂ, 3 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆਈ। ਜੇ ਇਹਨਾਂ ਦਾ ਸੁਪਰੀਮੋ ਮੋਦੀ ਨੂੰ ਡੇਗਣ ਵਾਸਤੇ ਨਾ ਜਾਂਦਾ, ਪੰਜਾਬ ਦੇ ਵਿੱਚ ਸਾਰਾ ਜਪਾ ਮਾਰਨ ਦੀ ਥਾਂ ਤੇ ਪੰਜਾਬ ਦੇ ਵਿੱਚ ਉਹ ਕੇਂਦਰਿਤ ਹੋ ਕੇ ਪ੍ਰਚਾਰ ਕਰ ਲੈਂਦਾ, ਤਾਂ ਮੈਂ ਸਮਝਦਾ 4 ਦੀ ਜਗ੍ਹਾ ਪੰਜਾਬ ਦੀਆਂ ਪਾਰਲੀਮੈਂਟ ਸੀਟਾਂ 6 ਆਉਂਦੀਆਂ। ਅਜੇ ਤੱਕ ਭਾਵੇਂ ਉਹਨਾਂ ਦੀ ਪਾਰਟੀ ਦਿੱਲੀ ਦੇ ਵਿੱਚ ਰਾਜ ਕਰਦੀ ਹੈ, ਪਰ ਆਮ ਆਦਮੀ ਪਾਰਟੀ ਨੂੰ ਜੇ MP ਮਿਲੇ ਤਾਂ ਸਿਰਫ ਤੇ ਸਿਰਫ ਪੰਜਾਬ ਚੋਂ ਮਿਲੇ, ਦਿੱਲੀ ਚੋਂ ਵੀ ਨਹੀਂ ਮਿਲੇ, ਜਿੱਥੇ ਉਹ ਸਰਕਾਰ ਬਣਾ ਕੇ ਤੀਜੀ ਵਾਰ ਰਾਜ ਕਰ ਰਹੇ ਨੇ। ਸੋ ਅੱਜ ਦੀ ਸਥਿਤੀ ਦੇ ਵਿੱਚ ਭਾਵੇਂ ਅਸੀਂ ਦੇਖਦੇ ਹਾਂ ਕਿ ਕਾਂਗਰਸ ਦਾ ਗ੍ਰਾਫ ਥੋੜਾ ਦੂਜਿਆਂ ਦੇ ਮੁਕਾਬਲੇ ਥੋੜਾ ਜਿਹਾ ਉੱਚਾ ਹੈ। ਜੇ ਕਾਂਗਰਸੀ ਇਹ ਸਮਝਣ ਕਿ ਅਸੀਂ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ ਨੇ
ਉਹਦੇ ਮੁਤਾਬਕ ਜੀ, ਜੀ। ਜਿੱਦਾਂ ਆਏ ਪਏ ਆ, ਇਹ ਬਹੁਤ ਵੱਡਾ ਭੁਲੇਖਾ ਹੋਵੇਗਾ। ਪੰਚਾਇਤਾਂ ਹੋਣ, ਸਥਾਨਕ ਸਰਕਾਰਾਂ ਹੋਣ, ਇਹ ਤਾਂ ਉਸੇ ਦੀਆਂ ਹੁੰਦੀਆਂ ਨੇ ਜਿਹਦਾ ਰਾਜ ਹੁੰਦਾ ਹੈਗਾ। ਸੋ ਇਹਨੂੰ Yes, ਬਿਲਕੁਲ ਸਹੀ। ਅੰਦਾਜ਼ਾ ਲਾ ਕੇ ਨਹੀਂ ਕੀਤਾ ਜਾ ਸਕਦਾ ਕਿ ਮਤਲਬ ਅਸੀਂ ਆਏ ਪਏ ਆ ਔਰ ਵੜ ਕੇ ਇਹਨਾਂ ਨਾਲ ਕੱਛੂ ਤੇ ਸਹੇ ਵਾਲੀ ਹੋਣੀ ਹੈ। ਸੋ ਜੇ ਅੱਜ ਇਹ ਨਵਜੋਤ ਸਿੱਧੂ ਨੂੰ ਲੈ ਕੇ ਆਉਂਦੇ ਆ ਤਾਂ ਮੈਨੂੰ ਲੱਗਦਾ ਕਿ ਦੁਬਾਰਾ ਇਹਨਾਂ ਦਾ ਜਿਹੜਾ ਗ੍ਰਾਫ ਹੈ ਉਹ ਉੱਚਾ ਵੀ ਹੋ ਸਕਦਾ ਹੈ, ਉੱਚਾ ਜਾ ਬਰਕਰਾਰ ਸਕਦਾ ਰਹਿ ਜੀ। ਸਕਦਾ। ਪਰ ਇੱਕ ਗੱਲ ਨੂੰ ਸਮਝਣਾ ਪਵੇਗਾ ਕਿ ਕਿਸਾਨੀ ਅੰਦੋਲਨ ਦਾ ਊਠ ਉਹ ਕਿਸ ਕਰਵਟ ਬਹਿੰਦਾ ਹੈਗਾ। ਇਹਨਾਂ 5 ਰਾਜਾਂ ਇਹ ਦੇ ਬਹੁਤ ਵਿੱਚ ਵੱਡੀ ਗੱਲ ਹੈ ਕੀ ਕਿਸਾਨੀ ਅੰਦੋਲਨ ਜੀ। ਦਾ ਅਸਰ ਪੈ ਸਕਦਾ ਹੈ? ਕੀ ਕਿਸਾਨ ਮੋਦੀ ਨੂੰ ਜਾਂ ਮੋਦੀ ਦੀ ਪਾਰਟੀ ਨੂੰ ਬਹੁ ਗਿਣਤੀ ਰਾਜਾਂ ਵਿੱਚ ਸੱਤਾ ਤੋਂ ਬਾਹਰ ਕਰਨ ਦੀ ਸਮਰੱਥਾ ਰੱਖਦੇ ਨੇ? ਉਹਦਾ ਅਕਸ ਜਿਹੜਾ ਹੈਗਾ ਉਹ ਯੂਪੀ ਤੇ ਵੀ ਪਵੇਗਾ ਤੇ ਪੰਜਾਬ ਦੀਆਂ ਵਿਧਾਨ ਸਭਾ ਤੇ ਵੀ ਡੈਫੀਨਿਟ। ਬਿਲਕੁਲ, ਜਿਹੜਾ ਡਾਕਟਰ ਸਾਹਿਬ ਬਹੁਤ ਵੱਡਾ ਸਵਾਲ। ਹਰਕਮਲ ਜੀ, ਇਸ ਮੁੱਦੇ ਤੇ ਮੈਂ ਸਵਾਲ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਮੈਂ ਕਿਹਾ ਕਿ ਅੱਜ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ, ਉਹਨਾਂ ਨੇ ਚੰਡੀਗੜ੍ਹ 'ਚ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਬੰਗਾਲ ਚੱਲੇ ਹਾਂ, ਦੂਜੇ ਰਾਜਾਂ 'ਚ ਵੀ ਜਾਵਾਂਗੇ ਤੇ ਮੋਦੀ ਜਾਂ ਭਾਜਪਾ ਜਿਹੜੀ ਹੈਗੀ ਆ ਉਹਨੂੰ ਚੁਣੌਤੀ ਦੇਵਾਂਗੇ ਨਾ ਵਿਧਾਨ ਸਭਾ ਚੋਣਾਂ 'ਚ। ਜੇ ਨਤੀਜੇ ਪ੍ਰਭਾਵਿਤ ਹੁੰਦੇ ਆ ਕਿਸਾਨੀ ਅੰਦੋਲਨ ਦੇ ਨਾਲ, ਲੱਗਦਾ ਹੈ ਕਿ ਮੁਲਕ ਦੀ ਰਾਜਨੀਤੀ ਦੇ ਅੰਦਰ ਵੀ ਇੱਕ ਬਦਲਾਅ ਦਾ ਸੰਕੇਤ ਦੇਣਗੀਆਂ ਇਹ ਚੋਣਾਂ। ਕਿਵੇਂ ਦੇਖਦੇ ਹੋ? ਜਿਸ ਤਰ੍ਹਾਂ ਕਿਸਾਨ ਅੰਦੋਲਨ ਜਾਂ ਕਿਸਾਨੀ ਲੀਡਰਸ਼ਿਪ ਜਿਹੜੀ ਹੈਗੀ ਹੈ ਲੱਕ ਬੰਨ ਕੇ ਭਾਜਪਾ ਦੇ ਖਿਲਾਫ ਪੂਰੇ ਮੁਲਕ 'ਚ ਉੱਠ ਕੇ ਤੁਰ ਪਈ ਹੈ। ਜੀ ਕਮਲ ਜੀ। ਜਗਤਾਰ ਜੀ, ਗੱਲ ਇਹ ਵੇ ਕਿ ਕਿਸਾਨੀ ਨੇ ਇੱਕ ਕਿਸਮ ਦਾ ਇਹ ਫੈਸਲਾ ਕਰ ਲਿਆ ਹੈ ਕਿ ਅਸੀਂ ਦੇਸ਼ ਵਿੱਚੋਂ ਮੋਦੀ ਗਵਰਨਮੈਂਟ ਦਾ ਸਫਾਇਆ ਕਰਨਾ ਹੈ, ਕਿਉਂਕਿ ਉਹ ਕਿਸਾਨੀ ਦਾ ਇੱਕ ਕਿਸਮ ਦਾ ਸਫਾਇਆ ਕਰਨ ਲਈ ਤੁਰੀ ਹੋਈ ਹੈ। ਜਿਸ ਢੰਗ ਦੇ ਨਾਲ ਪ੍ਰੈਜ਼ੈਂਟ ਗਵਰਨਮੈਂਟ ਨੇ, ਸੈਂਟਰ ਗਵਰਨਮੈਂਟ ਨੇ ਕਿਸਾਨਾਂ ਨਾਲ ਕਨਫਰੰਟੇਸ਼ਨ ਲਈ ਹੈਗੀ ਏ, ਟੱਕਰ ਲਈ ਏ, ਕਿਸੇ ਗੱਲ ਦੇ ਉੱਤੇ ਸਮਝੌਤੇ ਲਈ ਤਿਆਰ ਨਹੀਂ ਹੋ ਰਹੇ, ਉਹਦੇ ਤੋਂ ਮੈਨੂੰ ਲੱਗਦਾ ਹੁਣ ਕਿਸਾਨ ਵੀ ਜਿਹੜੇ ਨੇ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਸਾਡਾ ਇਹਨਾਂ ਦੇ ਨਾਲ ਕੋਈ ਫੈਸਲਾ ਹੋਣ ਵਾਲਾ ਨਹੀਂ, ਸਾਨੂੰ ਇਹਨਾਂ ਦੇ ਨਾਲ ਲੜਨਾ ਪਏਗਾ। ਔਰ ਤੁਸੀਂ ਦੇਖੋ ਕਿ ਜੇ ਬੰਗਾਲ ਦੀ ਜਿਹੜੀ ਸਾਡੀ ਚੀਫ ਮਿਨਿਸਟਰ ਹੈ ਉਹ ਕੱਲੀ ਸੀ ਜਿਹੜੀ ਕਿ ਮੋਦੀ ਦੇ ਨਾਲ ਟੱਕਰ ਲੈ ਰਹੀ ਸੀ। ਦੂਸਰੇ ਦੇਸ਼ ਦੇ ਵਿੱਚ ਕਿਸਾਨ ਉੱਠੇ ਨੇ ਜਿਨ੍ਹਾਂ ਨੇ ਮੋਦੀ ਦੇ ਨਾਲ ਸਿੱਧੇ ਹੋ ਕੇ ਟੱਕਰ ਲਈ ਹੈ। ਔਰ ਜੇ ਕਿਸਾਨ ਜਾ ਕੇ ਅੱਜ ਉੱਥੇ ਰੌਲਾ ਪਾਉਂਦੇ ਨੇ, ਉਹਦਾ ਬੜਾ ਅਸਰ ਪਏਗਾ। ਉਹਦਾ ਕਾਰਨ ਇਹ ਵੇ ਕਿ ਜਿਹੜਾ ਟਿਪੀਕਲ ਬੰਗਾਲੀ ਹੈ ਉਹ ਸਾਰਾ ਵੈਸੇ ਹੀ ਮਮਤਾ ਬੈਨਰਜੀ ਦੇ ਨਾਲ ਹੈਗਾ। ਉਹਨਾਂ ਨੂੰ ਜਿਹੜਾ ਥੋੜਾ ਬਹੁਤਾ ਡਰ ਹੈਗਾ ਯੂਪੀ ਬਿਹਾਰ ਦੇ ਜਿਹੜੇ ਉੱਥੇ ਲੇਬਰ ਗਈ ਹੋਈ ਹੈ, ਪਿੰਡਾਂ ਦੇ ਲੋਕ ਜਾ ਕੇ ਉੱਥੇ ਕੰਮ ਕਰਦੇ ਨੇ ਜਿਨ੍ਹਾਂ ਦਾ ਨੰਬਰ ਕਾਫੀ ਹੈਗਾ ਬੰਗਾਲ ਦੇ ਵਿੱਚ, ਉਹ ਬੀਜੇਪੀ ਦੇ ਅਸਰ ਥੱਲੇ ਆ ਰਹੇ ਨੇ। ਬੀਜੇਪੀ ਉਹਨਾਂ ਨੂੰ ਅਸਰ ਥੱਲੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਜੇ ਇਹ ਕਿਸਾਨ ਨੇਤਾ ਇਹ ਸਾਡੇ ਯੂਪੀ ਬਿਹਾਰ ਪੰਜਾਬ ਦੇ ਸਾਰੇ ਜਾ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ, ਉਹਨਾਂ ਤੇ ਕੋਈ ਅਸਰ ਪਾਉਂਦੇ ਨੇ, ਉਹਦਾ ਬੀਜੇਪੀ ਨੂੰ ਨੁਕਸਾਨ ਹੋਏਗਾ, ਬਹੁਤ ਵੱਡਾ ਨੁਕਸਾਨ ਹੋਏਗਾ। ਔਰ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਇਹਦਾ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਨੂੰ ਕੀ ਫਰਕ ਪਏਗਾ, ਤੁਸੀਂ ਦੇਖੋ ਕਿ ਕਿਸਾਨੀ ਦਾ ਇੱਕ ਬਹੁਤ ਵੱਡਾ ਨੰਬਰ ਹੈ, ਬਹੁਤ ਵੱਡਾ ਵੋਟ ਬੈਂਕ ਹੈ। ਜੇ ਕਿਸਾਨੀ ਕੱਲ ਨੂੰ ਉੱਠ ਕੇ ਖੜੀ ਹੋ ਜਾਂਦੀ ਹੈ, ਜੋ ਮੈਨੂੰ ਨਜ਼ਰ ਆ ਰਿਹਾ ਹੈ ਕਿ ਅੱਜ ਦੀ ਡੇਟ 'ਚ ਭਾਵੇਂ ਸਾਨੂੰ ਇਹ ਨਹੀਂ ਲੱਗਦਾ ਕਿ ਕਿਸਾਨ ਕੋਈ ਆਪਣੀ ਪਾਰਟੀ ਬਣਾ ਕੇ ਚੋਣ ਲੜ ਸਕਦੇ ਨੇ, ਪਰ ਜੋ ਹਾਲਾਤ ਬਣ ਰਹੇ ਨੇ ਉਹ ਅੱਜ ਤੋਂ ਕੁਝ ਸਮਾਂ ਬਾਅਦ ਇਸ ਪਾਸੇ ਸੋਚ ਵੀ ਸਕਦੇ ਨੇ ਕਿਸਾਨ, ਜਾਂ ਕਿਸਾਨ ਐਟਲੀਸਟ ਆਪਣੀਆਂ ਚੋਇਸਿਸ ਚੁਣ ਸਕਦੇ ਨੇ। ਇਹ ਚੁਣ ਸਕਦੇ ਨੇ ਕਿ ਕਿਹੋ ਜਿਹੀਆਂ ਪਾਰਟੀਆਂ ਅਸੀਂ ਜਿਤਾਉਣੀਆਂ ਨੇ, ਕਿਹਨਾਂ ਪਾਰਟੀਆਂ ਨੂੰ ਅਸੀਂ ਹਰਾਉਣਾ ਹੈਗਾ, ਔਰ ਉਹ ਮੈਟਰ ਕਰਨਗੇ। ਅਸੀਂ ਆ ਪਿਛਲੇ ਦਿਨਾਂ 'ਚ ਵਿਧਾਨ ਸਭਾ ਦਾ ਸੈਸ਼ਨ ਸੀ, ਮੈਨੂੰ ਬੜੇ ਐਮਐਲਏ ਨੇ, ਕਾਂਗਰਸ ਐਮਐਲਏ ਨੇ ਕਿਹਾ, ਦੂਜਿਆਂ ਨੇ ਵੀ ਕਿਹਾ, ਉਹ ਕਹਿੰਦੇ ਜੀ ਸਾਡੀ ਤੇ ਕੋਈ, ਸਾਨੂੰ ਤਾਂ ਸਮਝ ਨਹੀਂ ਪੈ ਰਹੀ ਕਿ ਅਸੀਂ ਕਿੱਥੇ ਖੜੇ ਹੋਏ ਆ। ਕਾਰਨ ਹੈ ਕਿ ਜਨਤਾ ਤੇ ਸਾਰੀ ਕਿਸਾਨਾਂ ਨਾਲ ਚਲੀ ਗਈ ਹੈ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ, ਲੋਕੀ ਉਹਨਾਂ ਨਾਲ ਜਾ ਰਹੇ ਨੇ, ਸਾਨੂੰ ਕੋਈ ਪੁੱਛ ਨਹੀਂ ਰਿਹਾ ਹੈਗਾ। ਸੋ ਇਹ ਆਪਣੇ ਆਪ 'ਚ ਇੱਕ ਏਡੀ ਵੱਡੀ ਇਨਕਲਾਬੀ ਤਬਦੀਲੀ ਆ ਰਹੀ ਹੈ, ਜਿਹੜੀ ਸਿਆਸੀ ਫਿਜ਼ਾ ਹੈਗੀ ਹੈ ਸੂਬੇ ਦੀ, ਜੋ ਉਹਦੇ 'ਚ ਤੁਸੀਂ ਕਹਿ ਸਕਦੇ ਹੋ ਚੇਂਜਸ ਆ ਰਹੀਆਂ, ਗੈਰ ਯਕੀਨੀ ਹਾਲਾਤ ਬਣ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ, ਔਰ ਮੈਨੂੰ ਜੋ ਨਜ਼ਰ ਆ ਰਿਹਾ ਹੈ ਇਹ ਕੱਲ ਨੂੰ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨਾਂ ਪੰਜਾਬ ਦੀਆਂ, ਉਹਨੂੰ ਵੀ ਬਹੁਤ ਕਿਸਾਨ ਜਿਹੜਾ ਅੰਦੋਲਨ ਹੈ ਪ੍ਰਭਾਵਿਤ ਕਰ ਸਕਦਾ ਹੈ। ਬਿਲਕੁਲ ਠੀਕ। ਰਾਸ਼ੀ ਜੀ, ਹਰਕਮਲ ਜੀ ਨੇ ਜਿੱਥੇ ਜਾ ਕੇ ਆਪਣੇ ਕਮੈਂਟਸ ਖਤਮ ਕੀਤੇ ਹੈ, ਅੱਜ ਜਦੋਂ ਰਾਜੇਵਾਲ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤੇ ਉਹਦੇ 'ਚ ਕਈ ਜਰਨਲਿਸਟਾਂ ਨੇ ਸਵਾਲ ਬਕਾਇਦਾ ਬਾਰ-ਬਾਰ ਦੁਹਰਾ ਕੇ ਪੁੱਛਿਆ, ਹਾਲਾਂਕਿ ਰਾਜੇਵਾਲ ਹੁਣੀ ਟਾਲਦੇ ਰਹੇ ਇਸ ਗੱਲ ਨੂੰ। ਜਰਨਲਿਸਟ ਪੁੱਛ ਰਹੇ ਸੀ ਕਿ ਕੱਲ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਆਉਣੀਆਂ, ਤਾਂ ਇੱਥੇ ਜਿਹੜਾ ਕਿਸਾਨ ਅੰਦੋਲਨ ਦਾ ਜਾਂ ਕਿਸਾਨ ਜਥੇਬੰਦੀਆਂ ਦਾ ਕੀ ਰਸੂਖ ਹੋਏਗਾ, ਕੀ ਨੀਤੀ ਹੋਏਗੀ।
ਤਾਂ ਰਾਜੇਵਾਲ ਨੇ ਇਹ ਨਹੀਂ ਕਿਹਾ ਕਿ ਕੋਈ ਨੀਤੀ ਨਹੀਂ ਹੋਏਗੀ। ਰਾਜੇਵਾਲ ਨੇ ਇਹ ਕਿਹਾ ਕਿ ਅਜੇ ਦੂਰ ਹੈ, ਅਸੀਂ ਦੂਜੇ ਰਾਜਾਂ ਦੀ ਗੱਲ ਕਰ ਲਈਏ, ਜਦੋਂ ਮੌਕਾ ਆਏਗਾ ਫਿਰ ਦੇਖਾਂਗੇ। ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਜੇਵਾਲ ਉਹਨਾਂ ਨੇ ਇੱਕ ਸਕੋਪ ਰੱਖਿਆ, ਜਿੱਦਾਂ ਹਰਕਮਲ ਜੀ ਕਹਿ ਰਹੇ ਹੈ ਕਿ ਕੱਲ ਨੂੰ ਮੌਕਾ ਆਇਆ ਤਾਂ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਪਲੇਟਫਾਰਮ ਵੀ ਉਸਰ ਸਕਦਾ ਹੈ ਜਿਹੜਾ ਰਾਜਸੀ ਧਿਰਾਂ ਨੂੰ ਸਿੱਧੀ ਚੁਣੌਤੀ ਦੇ ਸਕਦਾ ਹੈ। ਜੀ ਪ੍ਰਾਸੇ ਜੀ। ਬਿਲਕੁਲ ਠੀਕ ਕਹਿ ਰਹੇ ਹੋ ਜਗਤਾਰ ਜੀ। ਜਿਹੜਾ ਜੋ ਰਾਜੇਵਾਲ ਜੀ ਨੇ ਜਿਹੜਾ ਜਵਾਬ ਦਿੱਤਾ ਹੈ ਕਿ ਜੇ ਮੌਕਾ ਆਏਗਾ ਦੇਖਾਂਗੇ, ਤਾਂ ਰਸਤਾ ਖੋਲ ਕੇ ਰੱਖਿਆ। ਦੂਜੀ ਗੱਲ ਇਹ ਹੈ ਕਿ ਅਗਰ ਕਿਸਾਨਾਂ ਨੇ ਉੱਥੇ ਵੈਸਟ ਬੰਗਾਲ 'ਚ ਜਾ ਕੇ ਭਾਜਪਾ ਦੇ ਖਿਲਾਫ ਇਹ ਮੁਹਿੰਮ ਬਿੰਨਣ ਦਾ ਫੈਸਲਾ ਕੀਤਾ ਹੈ, ਤਾਂ ਇਹਦੇ ਵਿੱਚ ਮੈਂ ਸਮਝਦਾ ਕਿ ਸਾਨੂੰ ਕੋਈ ਅਚਰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਦੇਖੋ ਕਾਂਗਰਸ ਪਾਰਟੀ ਉਹਨਾਂ ਨੂੰ ਪਹਿਲੇ ਸਪੋਰਟ ਕਰ ਰਹੀ ਹੈ, ਆਮ ਆਦਮੀ ਪਾਰਟੀ ਉਦੋਂ ਸਪੋਰਟ ਕਰ ਰਹੀ ਹੈ, ਜਿਹੜੇ ਕਾਮਰੇਡ ਹੈ ਉਹ ਨਾਲ ਲੱਗੇ ਹੋਏ ਹੈ, ਤਾਂ ਰਹਿ ਗਿਆ ਭਾਜਪਾ। ਔਰ ਉਹਨੇ ਸਿੱਧੀ ਲੜਾਈ ਵੀ ਭਾਜਪਾ ਦੀ ਮੋਦੀ ਸਰਕਾਰ ਨਾਲ ਹੀ ਹੈ। ਸੋ ਇਸ ਕਰਕੇ ਅਗਰ ਮੋਦੀ ਸਰਕਾਰ ਦੇ ਖਿਲਾਫ ਉੱਥੇ ਜਾ ਕੇ ਉਹ ਝੰਡਾ ਚੱਕਦੇ ਹੈ, ਤੇ ਇਹਦੇ ਵਿੱਚ ਤੁਹਾਨੂੰ ਕਿਸੇ ਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਹੁਣ ਦੇਖਣ ਦੀ ਗੱਲ ਵਾਲੀ ਇਹ ਹੈ ਕਿ ਉੱਥੇ ਜਿਹੜੀਆਂ ਪਾਰਟੀਆਂ ਜਿਹੜੀਆਂ ਅਗਰ ਉਹ ਮੋਦੀ ਸਰਕਾਰ ਦੇ ਖਿਲਾਫ ਕੰਪੇਨ ਕਰਦੇ ਆ, ਤਾਂ ਇਸ ਕੰਪੇਨ ਦਾ ਫਾਇਦਾ ਕਿਹਨੂੰ ਹੁੰਦਾ ਹੈ? TMC ਨੂੰ ਹੁੰਦਾ ਹੈ, ਕਾਂਗਰਸ ਨੂੰ ਹੁੰਦਾ ਹੈ, ਕਿ ਜੇ ਕਾਂਗਰਸ ਨੇ ਜਿਹੜੇ ਲੈਫਟ ਪਾਰਟੀਆਂ ਦੇ ਨਾਲ ਅਲਾਈਅੰਸ ਕੀਤੀ ਹੈ ਉਹਦਾ ਹੁੰਦਾ ਹੈ। ਸੋ ਇਹ ਬੜੀ ਕਿਤੇ ਇੰਟਰਸਟਿੰਗ ਸਿਚੁਏਸ਼ਨ ਹੋਏਗੀ। ਪੰਜਾਬ ਵੀ ਇਹੋ ਜਿਹੀ ਇੱਕ ਸਥਿਤੀ ਹੈ ਕਿ ਉਹਨਾਂ ਨੂੰ ਇਹ ਚੂਜ਼ ਕਰਨਾ ਪਏਗਾ ਕਿ ਆਪਾਂ ਐਗਜ਼ਿਸਟਿੰਗ ਪਾਰਟੀਆਂ ਦੇ ਕਿਸੇ ਦੀ ਮਦਦ ਕਰਨਾ, ਆਪਣਾ ਕੋਈ ਪਲੇਟਫਾਰਮ ਕੀ ਗੈਰ ਸਿਆਸੀ ਹੋਵੇ ਔਰ ਉਹਦੇ ਤੇ ਖੜੇ ਹੋ ਕੇ ਆਪਾਂ ਇਲੈਕਸ਼ਨ ਲੜੀਏ। ਔਰ ਜੋ ਆਪਣੀ ਗੱਲ ਹੈ ਅਸੀਂ ਉਹ ਕਿ ਜਿਹੜੀ ਸੱਤਾ ਹੈ ਉਸ ਤੇ ਕਾਬਜ਼ ਹੋ ਕੇ ਹੀ ਇਹ ਕੰਮ ਕਰ ਸਕਦਾ, ਅਦਰ ਕੋਈ ਦਿੱਲੀ ਸੁਣੀ ਰਹੀ। ਤੋ ਜਗਤਾਰ ਜੀ ਮੈਂ ਸਮਝਦਾ ਹੈ ਕਿ ਇਹਨਾਂ ਲਈ ਬੈਸਟ ਆਪਸ਼ਨ ਇਹੀ ਹੋਏਗੀ ਕਿ ਹਾਲਾਂਕਿ ਦੇਖੋ ਕਿਸਾਨ ਜਥੇਬੰਦੀਆਂ ਕਹਿੰਦੇ ਨੇ ਸਿਆਸੀ ਪਾਰਟੀ ਨੂੰ ਨੇੜੇ ਨਾਲ ਸਾਡੇ ਪਲੇਟਫਾਰਮ ਤੇ ਨਹੀਂ ਆਏਗਾ ਹੁਣ, ਲੇਕਿਨ ਗੱਲ ਜਿਹੜੀ ਹੌਲੀ ਹੌਲੀ ਕਿ ਸਿਆਸੀ ਲੋਕ ਇਹਨਾਂ ਦੇ ਪਲੇਟਫਾਰਮ ਤੇ ਨਹੀਂ ਆ ਰਹੇ, ਲੇਕਿਨ ਇਹ ਸਿਆਸੀ ਪਲੇਟਫਾਰਮ ਤੇ ਜਾਣਾ ਸ਼ੁਰੂ ਹੋ ਗਏ ਹੈ। ਨੈਕਸਟ ਸਟੈਪ ਇਹ ਹੋਵੇਗਾ ਜਾਂ ਉਹ ਆਪਣਾ ਪਲੇਟਫਾਰਮ ਬਣਾਉਣ ਤੇ ਜਾਂ ਬਾਕੀ ਪਾਰਟੀਆਂ ਨਾਲ ਇਕੱਠੇ ਹੋ ਕੇ ਇਲੈਕਸ਼ਨ ਲੜਨ। ਸਰ ਥੈਂਕ ਯੂ ਵੈਰੀ ਮਚ। ਮੈਂ ਆਪਣੇ ਸੀਨੀਅਰ ਜਰਨਲਿਸਟ ਪ੍ਰਾਸ਼ਰ ਜੀ, ਹਰਕਮਲ ਜੀ, ਜਸਪਾਲ ਢਿੱਲੋਂ ਤਿੰਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਹਮੇਸ਼ਾ ਇਹ ਕਹਿਣਾ ਜਿਹੜੀ ਮੀਡੀਆ ਦੀ ਡਿਬੇਟ ਹੁੰਦੀ ਹੈ, ਜਰਨਲਿਸਟ ਬੜੀ ਬੇਬਾਕੀ ਦੇ ਨਾਲ ਪੰਜਾਬ ਦੀ ਕਿਸੇ ਰਾਜਸੀ ਧਿਰ ਦੀ ਗੱਲ ਹੋਵੇ ਖੁੱਲ੍ਹ ਕੇ ਗੱਲ ਕਰਦੇ ਆ। ਇਹਨਾਂ ਮੁੱਦਿਆਂ ਤੇ ਆਪਣਾ ਡਾਇਲਾਗ ਕਰਨ ਦੇ ਲਈ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਆਏ ਉਹਨਾਂ ਦਾ ਧੰਨਵਾਦੀ ਤਾਂ ਹਾਂ ਹੀ। ਦਰਸ਼ਕਾਂ ਦੇ ਲਈ ਵੀ ਸੁਨੇਹਾ ਹੈ ਕਿ ਪੰਜਾਬ ਦੀ ਸੱਚ ਦੀ ਪੇਸ਼ਕਾਰੀ ਦੀ ਡਿਬੇਟ ਨੂੰ ਉਮੀਦ ਹੈ ਤੁਸੀਂ ਆਪਣੇ ਜਿਹੜੇ ਸੋਰਸਜ਼ ਹੈ, ਕਮਿਊਨੀਕੇਸ਼ਨ ਦੇ ਸਾਧਨ ਹੈ, ਉਹਨਾਂ ਤੇ ਵੀ ਸ਼ੇਅਰ ਜ਼ਰੂਰ ਕਰੋਗੇ, ਕਿਉਂਕਿ ਸੱਚ ਜਿਹੜਾ ਹੈਗਾ ਆਮ ਜਾਣਾ ਚਾਹੀਦਾ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਕੇ ਆਪਣੇ ਮਹਿਮਾਨਾਂ ਦਾ ਧੰਨਵਾਦੀ ਤੇ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।